ਆਵਾਜ਼ੇ ਪੰਜਾਬ ਦੇਖ ਰਹੇ ਹੋ ਜੋ ਤੁਸੀਂ। ਮੈਂ ਬੋਨੀ ਬਿੰਦਰਾ ਸ਼ਾਮ ਦੇ ਸ਼ੋਅ ਦੇ ਵਿੱਚ ਤੁਹਾਡਾ ਬੜਾ ਸਵਾਗਤ ਹੈ। ਗੱਲ ਕਰਾਂਗੇ ਪੰਜਾਬ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੇ ਲੀਡਰ ਦੇ ਉੱਤੇ ਰੇਡ ਦੀ। ਸੀਬੀਆਈ ਦੀ ਰੇਡ ਕੀਤੀ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਦੱਸੇ ਜਾ ਰਹੇ ਨੇ ਅਮਰਗੜ੍ਹ ਤੋਂ। ਇਹਨਾਂ ਦੇ ਉੱਤੇ ਰੇਡ ਹੋਈ ਹੈ। ਇਹ ਉਦੋਂ ਚਰਚਾ ਦੇ ਵਿੱਚ ਆਏ ਸੀਗੇ ਜਦੋਂ ਇਹਨਾਂ ਨੇ ਜਿੱਤਣ ਤੋਂ ਬਾਅਦ ਇਹ ਦਾਅਵਾ ਕੀਤਾ ਸੀਗਾ ਕਿ ਜੀ ਮੈਂ ਸਿਰਫ 1 ਰੁਪਈਆ ਜਿਹੜੀ ਤਨਖਾਹ ਲੈਣੀ ਹੈ। ਸੋ ਇਹ ਪੂਰੇ ਮਾਮਲੇ ਦੇ ਉੱਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਹਾਜ਼ਰ ਨੇ ਸਾਡੇ ਮੁੱਖ ਸੰਪਾਦਕ ਸਰਦਾਰ ਕੁਲਵੰਤ ਸਿੰਘ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਕੁਲਵੰਤ ਜੀ, ਬਹੁਤ ਬਹੁਤ ਸਵਾਗਤ ਜੀ ਸ਼ੋਅ ਦੇ ਵਿੱਚ। ਬਹੁਤ ਧੰਨਵਾਦ। ਕੁਲਵੰਤ ਜੀ, ਕੀ ਹੈ ਪੂਰਾ ਮਾਮਲਾ? ਇਹ ਕਹਿੰਦੇ ਵੀ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਉਹ ਫਸ ਗਿਆ ਬੜੀ ਬੁਰੀ ਤਰ੍ਹਾਂ। ਇੱਕ ਕਹਿੰਦੇ ਇਹਦੇ ਕੋਲੋਂ ਕੈਸ਼ ਕੂਸ਼ ਵੀ ਬਰਾਮਦ ਹੋਇਆ ਤੇ ਕੁਝ ਚੈੱਕ ਨੇ ਜਿਹੜੇ ਉਹ ਵੀ ਮਿਲੇ ਨੇ। ਇਹ ਪੂਰਾ ਮਾਮਲਾ ਸਾਡੇ ਦਰਸ਼ਕਾਂ ਲਈ ਪੂਰਾ ਖੋਲ ਕੇ ਜ਼ਰੂਰ ਦੱਸੋ। ਦੇਖੋ ਬੋਨੀ, ਇਹ ਮਾਮਲਾ ਹੈਗਾ ਜੀ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦਾ। ਇਹਨਾਂ ਨੇ ਜਿਹੜੀ ਲੁਧਿਆਣਾ ਦੀ ਇੱਕ ਬੈਂਕ ਆਫ ਇੰਡੀਆ ਦੀ ਬ੍ਰਾਂਚ ਸੀਗੀ, ਉਹਦੇ ਤੋਂ ਇਹਨਾਂ ਨੇ 40 ਕਰੋੜ ਦਾ ਜਿਹੜਾ ਉਹ ਲੋਨ ਲਿੱਤਾ ਸੀ ਇਹਨਾਂ ਨੇ ਜੀ। ਲੋਨ ਤਾਂ ਲਿਆ ਸੀ ਇਹਨਾਂ ਨੇ ਕਿਸੇ ਹੋਰ ਕੰਮ ਵਾਸਤੇ, ਪਰ ਉਹਨਾਂ ਨੇ ਵਰਤ ਕਿਸੇ ਹੋਰ ਕੰਮ ਵਾਸਤੇ ਲਿਆ ਸੀਗਾ ਜੀ। ਤੇ ਇਹਨੂੰ ਲੈ ਕੇ ਕਾਫੀ ਰੌਲਾ ਪਿਆ ਸੀ ਤੇ ਜਦੋਂ ਬੈਂਕ ਨੇ ਫਿਰ ਇਸ ਚੀਜ਼ ਨੂੰ ਲੈ ਕੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਕਿ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਹੈਗੇ ਨੇ ਤੇ ਇਹਨਾਂ ਨੇ ਲੋਨ ਕਿਸੇ ਹੋਰ ਕੰਮ ਵਾਸਤੇ ਲਿਆ ਤੇ ਇਹਨੂੰ ਵਰਤ ਕਿਸੇ ਹੋਰ ਨਾਲ ਲਿਆ। ਸੋ ਅੱਜ ਇਸ ਮਾਮਲੇ ਨੂੰ ਲੈ ਕੇ ਜਿਹੜਾ ਸੀਗਾ ਉਹ ਸੀਬੀਆਈ ਨੇ ਰੇਡ ਕੀਤੀ ਹੈ ਤੇ ਇੱਕੋ ਵਾਰ ਦੇ ਵਿੱਚ 3 ਠਿਕਾਣਿਆਂ ਦੇ ਜਿਹੜੀ ਹੈ ਸੰਗਰੂਰ ਦੇ ਵਿੱਚ ਰੇਡ ਕੀਤੀ ਗਈ। ਇਹਦੇ 'ਚ ਗੱਜਣ ਮਾਜਰਾ ਦੇ ਜਿਹੜੇ ਸੀਗੇ ਇੱਕ ਸੰਗਰੂਰ, ਮਲੇਰਕੋਟਲਾ ਤੇ ਇਸ ਤੋਂ ਮਤਲਬ 3 ਥਾਵਾਂ ਦੇ ਉੱਤੇ ਰੇਡ ਕੀਤੀ ਗਈ ਜੀ। ਇਹ ਮਤਲਬ ਸ਼ੁਰੂਆਤੀ ਰੇਡ ਦੇ ਵਿੱਚ ਸੀਬੀਆਈ ਨੇ ਤੋਂ ਜੋ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਦੇ 'ਚ ਆ ਰਹੀਆਂ 94 ਚੈੱਕ ਜਿਹੜੇ ਸੀਗੇ ਉਹ ਬਲੈਂਕ ਸਾਈਨ ਕੀਤੇ ਹੋਏ ਜੀ। ਇੱਕ ਤਾਂ ਇਹ ਬਰਾਮਦ ਹੋਏ ਨੇ, ਕਈ ਆਧਾਰ ਕਾਰਡ ਮਿਲੇ ਨੇ, ਤਕਰੀਬਨ 16.57 ਲੱਖ ਦਾ ਕੈਸ਼ ਬਰਾਮਦ ਹੋਇਆ। ਪੁਲਿਸ ਨੇ 88 ਫੋਰਨ ਕਰੰਸੀ ਨੋਟ ਵੀ ਬਰਾਮਦ ਕੀਤੇ ਨੇ, ਕੁਝ ਪ੍ਰਾਪਰਟੀ ਦੇ ਦਸਤਾਵੇਜ਼ ਨੇ, ਕਈ ਬੈਂਕ ਅਕਾਊਂਟ ਨਾਲ ਜੁੜੇ ਕਾਗਜ਼ਾਤ ਵੀ ਮਿਲੇ ਨੇ। ਤੇ ਫਿਲਹਾਲ ਜਿਹੜੀ ਸੀ ਉਹ ਦੱਸਿਆ ਜਾ ਰਿਹਾ ਕਿ ਰੇਡ ਜਾਰੀ ਸੀਗੀ ਤੇ ਹਾਲੇ ਤੱਕ ਸੀਬੀਆਈ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਜੀ। ਇਹ ਜੋ ਜਾਣਕਾਰੀ ਬੈਂਕ ਵੱਲੋਂ ਦਿੱਤੀ ਗਈ ਸੀਗੀ ਸੀਬੀਆਈ ਨੂੰ, ਉਹਦੇ ਮੁਤਾਬਕ ਜਿਹੜਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਸਾਲ 2011 ਤੋਂ 2014 ਦੇ ਵਿਚਾਲੇ 4 ਕਿਸ਼ਤਾਂ 'ਚ ਬੈਂਕ ਤੋਂ ਲੋਨ ਲਿੱਤਾ ਸੀਗਾ ਜੀ। ਇਹ ਲੋਨ ਕਰੀਬ 40.92 ਕਰੋੜ ਰੁਪਏ ਦਾ ਸੀਗਾ। ਬੈਂਕ ਦੀ ਲੁਧਿਆਣਾ ਬ੍ਰਾਂਚ ਨੇ ਇਸ ਸੰਬੰਧ 'ਚ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਤੇ ਉਹਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਵੀ ਉਹ ਇਹ ਦੋਸ਼ ਲਾਏ ਸੀਗੇ ਕਿ ਜਿਹੜਾ ਲਿਆ ਕਿਸੇ ਹੋਰ ਕੰਮ ਵਾਸਤੇ ਸੀ ਲੋਨ ਤੇ ਵਰਤ ਕਿਸੇ ਹੋਰ ਕੰਮ ਲਈ ਲਿਆ। ਇਸ ਮਾਮਲੇ ਦੇ ਇਹ ਵਿਧਾਇਕ ਉਹੀ ਵਿਧਾਇਕ ਨੇ ਜਿਨ੍ਹਾਂ ਦੇ ਵਿੱਚ ਚਰਚਾ ਦੇ ਵਿੱਚ ਰਹੇ ਨੇ, ਜਿਹੜੇ ਕਿ ਜਿਹਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਇਹਨਾਂ ਨੇ ਜਦੋਂ ਵਿਧਾਇਕ ਬਣੇ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਪੰਜਾਬ ਦਾ ਖਜ਼ਾਨਾ ਜਿਹੜਾ ਖਾਲੀ ਹੈਗਾ ਤੇ ਮੈਂ 1 ਰੁਪਈਆ ਜਿਹੜਾ ਉਹ ਆਪਣੀ ਸੈਲਰੀ ਲਵਾਂਗਾ, ਮੈਂ 1 ਰੁਪਈਆ ਵੇਤਨ ਲਵਾਂਗਾ। ਤੇ ਉਸ ਨੂੰ ਲੈ ਕੇ ਜਿਹੜਾ ਕਾਫੀ ਜਿਹੜੇ ਇਹ ਚਰਚਾ ਦੇ ਵਿੱਚ ਆਏ ਸੀ। ਤੇ ਨਾਲ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹਨਾਂ ਨੇ ਜਸਵੰਤ ਸਿੰਘ ਗੱਜਣ ਮਾਜਰਾ ਨੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ, ਉਹਨਾਂ ਨੂੰ ਹਰਾਇਆ ਸੀਗਾ, ਜਿਨ੍ਹਾਂ ਦੀ ਸਪੋਰਟ ਜਿਹੜੇ ਸੀ ਮਰਹੂਮ ਦੀਪ ਸਿੱਧੂ ਕਰ ਰਹੇ ਸੀ, ਜਿਨ੍ਹਾਂ ਦੇ ਸਪੋਰਟ ਕਰਦੇ ਜਿਨ੍ਹਾਂ ਦਾ ਜਿਹੜਾ ਸੀ ਉਹ ਐਕਸੀਡੈਂਟ ਦੇ ਵਿੱਚ ਦੇਹਾਂਤ ਹੋ ਗਿਆ ਸੀਗਾ ਜੀ। ਇੱਥੇ ਕੁਲਵੰਤ ਜੀ, ਇੱਕ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੁਣ ਤੱਕ ਜਿਹੜੇ ਉਹਨਾਂ ਨੂੰ ਦਸਤਾਵੇਜ਼ ਮਿਲੇ ਨੇ ਜਾਂ ਜਿੰਨਾ ਕੁ ਉਹਨਾਂ ਕੋਲ ਪੈਸਾ ਬਰਾਮਦ ਹੋਇਆ, ਉਹ ਪਹਿਲੀ ਦੇਖ ਤੋਂ ਤਾਂ ਐਂ ਲੱਗਦਾ ਵੀ ਇਹ ਫਾਈਨਾਂਸਰ ਟਾਈਪ ਦੇ ਕੋਈ ਹੈਗੇ ਨੇ, ਕਿਉਂਕਿ ਉਹਨਾਂ ਕੋਲ ਹੀ ਬਲੈਂਕ ਚੈੱਕ ਨੇ ਜਿਹੜੇ ਉਹ ਵੀ ਪਏ ਹੁੰਦੇ ਆ, ਉਹਨਾਂ ਕੋਲ ਆਧਾਰ ਕਾਰਡ ਵੀ ਰੱਖੇ ਹੁੰਦੇ ਆ ਇਸੇ ਸੰਦਰਭ ਦੇ ਵਿੱਚ, ਤੇ ਨਾਲ ਹੀ ਉਹਨਾਂ ਕੋਲ ਫਿਰ ਜੇ ਫਾਈਨਾਂਸਰ ਨਹੀਂ ਤਾਂ ਮਾੜਾ ਮੋਟਾ ਕੈਸ਼ ਵੀ ਹੋਊਗਾ। ਹੁਣ ਇਹ ਦੇਖਣਾ ਆਪਾਂ, ਇਹ ਮੇਰੇ ਖਿਆਲ ਤੇ ਕਾਨੂੰਨੀ ਤੁਸੀਂ ਵੱਧ ਜਾਣਦੇ ਹੋਗੇ ਕਿੰਨਾ ਕੈਸ਼ ਬੰਦਾ ਕੋਲੇ ਰੱਖ ਸਕਦਾ। ਨਾਲ ਹੀ ਨਾਲ ਗੱਲ ਇਹ ਹੈ ਕਿ ਜੇ ਇਹਨਾਂ ਕੋਲੇ 18 ਲੱਖ ਰੁਪਇਆ ਮਿਲਿਆ ਤਾਂ ਪਹਿਲੀ ਗੱਲ ਤਾਂ ਇਹ ਕੋਈ ਖਾਸ ਵੱਡੀ ਰਕਮ ਹੈ ਨਹੀਂ। ਜੇ ਗੈਰ ਕਾਨੂੰਨੀ ਹੈ ਫਿਰ ਬਹੁਤ ਮਾੜੀ ਗੱਲ ਹੈ, ਫਿਰ ਇਹਨਾਂ ਨੂੰ ਰੱਖਣਾ ਨਹੀਂ ਸੀ ਚਾਹੀਦਾ। ਕਿਉਂਕਿ ਦੂਜੇ ਪਾਸੇ ਕੱਲ ਹੀ ਹੈ ਜਿਹੜਾ ਉਹ ਝਾਰਖੰਡ ਦੇ ਵਿੱਚ ਇੱਕ IAS ਬੀਬੀ ਦੀ ਗੱਲ ਸਾਹਮਣੇ ਆਈ ਹੈ, ਪੂਜਾ ਸਿੰਘਲ ਦੀ, ਜਿਨ੍ਹਾਂ ਕੋਲੇ 25 ਕਰੋੜ ਰੁਪਇਆ ਜਿਨ੍ਹਾਂ ਦੇ ਸੀਏ ਕੋਲੋਂ ਕੈਸ਼ ਮਿਲਿਆ ਤੇ ਉਹ ਮਸ਼ੀਨਾਂ ਕਹਿੰਦੇ ਗਰਮ ਹੋ ਗਈਆਂ ਸੀਗੀਆਂ, 3-4 ਵਾਰੀ ਉਹਨਾਂ ਤੇ ਠੰਡਾ ਪਾਣੀ ਪਾਣਾ ਪਿਆ ਤੇ ਬਾਅਦ ਚ ਬਾਹਰੋਂ ਕੋਈ ਬੰਦਾ ਕਹਿੰਦੇ ਨਿੰਬੂ ਵੀ ਲਿਆਉਣ ਲੱਗਿਆ ਸੀ, ਮਸਾਂ ਫੜ ਕੇ ਰੋਕਿਆ ਵੀ ਵਿੱਚੋਂ ਪੈਸੇ ਲੈ ਕੇ ਜਾਣੇ ਪੈਣੇ ਆ, ਨਿੰਬੂ ਮਹਿੰਗੇ ਬੜੇ ਆ। ਤੇ ਹੁਣ ਇਹ ਦੇਖਣਾ ਹੋਏਗਾ ਕਿ ਇਹਦੇ ਨੂੰ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਉਹ ਕਿਵੇਂ ਲੈਂਦੀਆਂ ਨੇ, ਕਿਉਂਕਿ ਜਿੰਨੇ ਤੱਕ ਸਾਨੂੰ ਸੁਣਨ ਚ ਆਇਆ ਉਹ ਰਾਜਪਾਲ ਉਹਨਾਂ ਦਾ ਜਿਹੜਾ ਆਫਿਸ ਹੈ ਉਹ ਇੱਕ ਪਾਸਾ ਕਹਿੰਦੇ ਉਹਦਾ ਭਰ ਗਿਆ, ਉਹਨਾਂ ਨਾਲ ਕੀ ਮੰਗ ਪੱਤਰ ਨੇ ਜਿਹੜੇ ਉਹ ਦੂਜੀ ਪਾਰਟੀਆਂ ਦੇ ਆ ਇੰਨੇ ਗਏ ਹੁਣ ਤੱਕ।
ਦੇਖੋ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਜਸਵੰਤ ਸਿੰਘ ਗੱਜਣ ਮਾਜਰਾ ਦੀ, ਜਸਵੰਤ ਸਿੰਘ ਗੱਜਣ ਮਾਜਰਾ ਹੋਣਾ ਤੋਂ ਜੋ ਕੁਝ ਵੀ ਬਰਾਮਦ ਹੋਇਆ, ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਕੋਲੋਂ ਵੀ ਬਲੈਂਕ ਚੈੱਕ ਲੈਣਾ ਜਾਂ ਬਲੈਂਕ ਖਾਲੀ ਦਸਤਾਵੇਜ਼ ਦੇ ਉੱਤੇ ਹਸਤਾਖਰ ਕਰਾਉਣਾ ਕਾਨੂੰਨੀ ਤੌਰ ਤੇ ਜੁਰਮ ਹੈ, ਬਸ਼ਰਤੇ ਕਿ ਉਹਦੇ ਪਿੱਛੇ ਇਹ ਲਿਖਿਆ ਨਾ ਹੋਵੇ ਕਿ ਇਹ ਫॉर ਸਿਕਿਉਰਿਟੀ ਪਰਪਸ ਇਹ ਆਪਣਾ ਜਿਹੜਾ ਉਹਦੇ ਵਾਸਤੇ ਲਿਖਿਆ ਸਿਕਿਉਰਿਟੀ ਦੇ ਉਹਦੇ ਤੇ ਪਰਪਸ ਦੇ ਲਈ ਲਿੱਤਾ ਗਿਆ ਹੈ ਚੈੱਕ ਹੈ ਜਾਂ ਦਸਤਾਵੇਜ਼ ਹੈ। ਜੇ ਉਹ ਨਹੀਂ ਲਿਖਿਆ ਹੋਇਆ ਵੀ ਇਹ ਕਾਹਦੇ ਲਈ ਲਿਆ ਹੈ, ਜੇ ਉਹਦੇ ਤੇ ਨਹੀਂ ਲਿਖਿਆ ਹੋਇਆ ਵੀ ਫॉर ਸਿਕਿਉਰਿਟੀ ਪਰਪਸ, ਤੇ ਫਿਰ ਉਹ ਲੈਣਾ ਜਿਹੜਾ ਉਹ ਜੁਰਮ ਹੈ, ਤੇ ਉਹ ਜੁਰਮ ਜਿਹੜਾ ਹੈਗਾ ਉਹਦੇ ਤਹਿਤ ਜਿਹੜੀ ਆ ਉਹ ਆਪਣੀਆਂ ਧਾਰਾਵਾਂ ਦੇ ਤਹਿਤ ਜਿਹੜੀ ਉਹ ਕਾਰਵਾਈ ਹੁੰਦੀ ਹੈ। ਇਹ ਜਿਸ ਤਰ੍ਹਾਂ ਇਹਨਾਂ ਕੋਲ 94 ਚੈੱਕ ਜਿਹੜੇ ਉਹ ਸਾਈਨ ਕੀਤੇ ਹੋਏ ਮਿਲੇ ਨੇ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਕਿਤੇ ਨਾ ਕਿਤੇ ਇਹ ਫਾਈਨਾਂਸ ਦਾ ਧੰਦੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਆਧਾਰ ਕਾਰਡ ਮਿਲ ਰਹੇ ਨੇ, ਹੋਰ ਦਸਤਾਵੇਜ਼ ਮਿਲ ਰਹੇ ਨੇ, ਤੇ ਕਿਤੇ ਨਾ ਕਿਤੇ ਇਹਨਾਂ ਦਾ ਕੰਮ ਫਾਈਨਾਂਸ ਦੇ ਕਿਸੇ ਵੀ ਧੰਦੇ ਦੇ ਨਾਲ ਜੁੜਿਆ ਹੋ ਸਕਦਾ ਜਾਂ ਫਿਰ ਕਈ ਵਾਰ ਬਹੁਤ ਸਾਰੀਆਂ ਜਿਹੀਆਂ ਚੀਜ਼ਾਂ ਵੀ ਹੁੰਦੀਆਂ ਨੇ ਜਿਹੜੀਆਂ ਜਿਹਦੇ ਵਿੱਚ ਦਸਤਾਵੇਜ਼ ਲਿੱਤੇ ਜਾਂਦੇ ਹੈਗੇ ਨੇ। ਉਹ ਕੁਝ ਬਿਲਡਰਸ ਹੁੰਦੇ ਨੇ, ਬਿਲਡਰਸ ਵੀ ਇਸ ਤਰ੍ਹਾਂ ਕੰਮ ਕਰ ਲੈਂਦੇ ਨੇ ਵੀ ਉਹ ਬਿਲਡਿੰਗ ਦਾ ਕੰਮ ਕਰਾ ਦਿੰਦੇ ਨੇ, ਤੇ ਉਹ ਕਹਿੰਦੇ ਨੇ ਪਹਿਲਾਂ ਬਲੈਂਕ ਚੈੱਕ ਦੇ ਦਿਓ ਸਾਨੂੰ, ਤੇ ਉਹ ਚੀਜ਼ਾਂ ਵੀ ਸਿਕਿਉਰਿਟੀ ਪਰਪਸ ਵਾਸਤੇ ਲੈ ਲਿੱਤੀਆਂ ਜਾਂਦੀਆਂ ਨੇ। ਪਰ ਮਸਲਾ ਇਸ ਵੇਲੇ ਜਿਹੜਾ ਹੈਗਾ ਉਹ ਇਹ ਹੈਗਾ ਕਿ ਇੱਕ ਬੰਦਾ ਬੈਂਕ ਤੋਂ ਪੈਸੇ ਲੈਂਦਾ, ਬੈਂਕ ਤੋਂ ਪੈਸੇ ਲੈ ਕੇ ਆਪਣਾ ਕੋਈ ਲੋਨ ਲੈ ਕੇ ਕੋਈ ਆਪਣਾ ਕਿਸੇ ਮਕਸਦ ਨੂੰ ਹੱਲ ਕਰਨ ਲਈ ਉਹ ਸਾਰਾ ਜਿਹੜਾ ਉਹ ਕਰਜ਼ਾ ਲਿੱਤਾ ਜਾਂਦਾ, ਤੇ ਉਹ ਕਰਜ਼ੇ ਦੇ ਮਕਸਦ ਲਈ ਜਿਹੜਾ ਉਹ ਕਰਜ਼ਾ ਲਿੱਤਾ ਤਾਂ ਉਹ ਮਕਸਦ ਹੱਲ ਨਹੀਂ ਹੁੰਦਾ, ਤੇ ਕਿਸੇ ਹੋਰ ਮਕਸਦ ਵਾਸਤੇ ਉਹ ਪੈਸਾ ਯੂਜ਼ ਹੋ ਜਾਂਦਾ। ਜੇ ਉਹ ਇੰਨਾ ਹੀ ਪੈਸੇ ਵਾਲਾ ਸੀਗਾ ਬੰਦਾ, ਤੇ ਫਿਰ ਉਹ ਫਾਈਨਾਂਸ ਦਾ ਕੰਮ ਕਰ ਰਿਹਾ ਸੀ, ਤੇ ਫਿਰ ਉਹਨੂੰ ਲੋਨ ਲੈਣ ਦੀ ਲੋੜ ਕੀ ਪਈ। ਸਭ ਤੋਂ ਵੱਡੀਆਂ ਚੀਜ਼ਾਂ ਇਹ ਹੁੰਦੀਆਂ, ਤੇ ਇੱਥੇ ਕਿਤੇ ਨਾ ਕਿਤੇ ਜਿਹੜਾ ਉਹ ਕਾਲੇ ਧਨ ਦਾ ਜਿਹੜਾ ਮਸਲਾ ਉਹ ਫਿਊਚਰ ਦੇ ਵਿੱਚ ਨਿਕਲ ਕੇ ਸਾਹਮਣੇ ਆ ਸਕਦਾ ਹੈ, ਕਿ ਕਿਉਂਕਿ ਬਹੁਤ ਵਾਰੀ ਲੋਕੀ ਏਦਾਂ ਵੀ ਕਰ ਲੈਂਦੇ ਨੇ ਕਿ ਉਹ ਪੈਸਾ ਕੋਲੇ ਹੁੰਦਾ ਪਰ ਉਹ ਕਾਲਾ ਧਨ ਹੁੰਦਾ, ਇਸ ਕਰਕੇ ਉਸ ਨੂੰ ਸਿੱਧਾ ਜਿਹੜਾ ਉਸ ਨੂੰ ਦਿਖਾਇਆ ਨਹੀਂ ਜਾ ਸਕਦਾ ਵਾਈਟ ਮਨੀ ਦੇ ਤੌਰ ਦੇ ਉੱਤੇ, ਕਿਉਂਕਿ ਜਿਹੜਾ ਆਪਾਂ ਨੇ ਕੰਮ ਕਰਨਾ ਹੁੰਦਾ ਉਹ ਵਾਈਟ ਮਨੀ ਦੇ ਤੌਰ ਤੇ ਹੀ ਕਰ ਸਕਦੇ ਹੁੰਦੇ ਆ। ਜਿਵੇਂ ਆਪਾਂ ਜੇ ਗੱਡੀ ਲੈ ਲਈਏ ਤੇ ਆਪਾਂ ਇਕੱਠੇ ਪੈਸਿਆਂ ਦੀ ਗੱਡੀ ਲੈ ਲੈਂਦੇ ਆ, ਤਾਂ ਉਹ ਸ਼ੋਅ ਕਰਨੇ ਪੈਣਗੇ ਵੀ ਇੰਨੇ ਪੈਸੇ ਤੁਹਾਡੇ ਕੋਲ ਕਿੱਥੋਂ ਆਏ। ਇਸ ਕਰਕੇ ਬਹੁਤੇ ਲੋਕਾਂ ਕੋਲੇ ਪੈਸਾ ਹੁੰਦਿਆਂ ਸੁਣਦਿਆਂ ਵੀ ਉਹਨਾਂ ਨੂੰ ਬੈਂਕ ਤੋਂ ਲੋਨ ਲੈਣਾ ਪੈਂਦਾ, ਤੇ ਉਹ ਦਿਖਾਉਣਾ ਪੈਂਦਾ ਵੀ ਅਸੀਂ ਕਿਸ਼ਤਾਂ 'ਚ ਲਈ ਹੈ। ਇਸੇ ਤਰ੍ਹਾਂ ਉਹ ਪੈਸਾ ਸ਼ਾਇਦ ਉਹਨਾਂ ਕੋਲ ਹੋਵੇ, ਤੇ ਉਹਨਾਂ ਨੇ ਲੋਨ ਲੈ ਕੇ ਕੁਝ ਕੰਮ ਅਜਿਹਾ ਕਰਨਾ ਹੋਵੇ ਜਿਹੜਾ ਕਿ ਉਹ ਭਵਿੱਖ ਦੇ ਵਿੱਚ ਸ਼ੋਅ ਕਰਨਾ ਹੋਵੇ ਵੀ ਲੋਨ ਲੈ ਕੇ ਕਰਾਇਆ। ਇਸ ਤਰ੍ਹਾਂ ਦੀ ਗੱਲ ਕਿਆ ਸਰਾਈਆਂ ਲਾਈਆਂ ਜਾ ਸਕਦੀਆਂ ਨੇ, ਪਰ ਅਸਲ ਜਿਹੜੀ ਚੀਜ਼ ਆ ਉਹ ਇਨਵੈਸਟੀਗੇਸ਼ਨ ਤੋਂ, ਜਾਂਚ ਤੋਂ, ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗੀ ਵੀ ਕੀ ਕਹਾਣੀਆਂ, 94 ਚੈੱਕ ਕਿਸ ਚੀਜ਼ ਦੇ ਆਏ ਨੇ, ਲੋਨ ਉਹਨਾਂ ਨੂੰ ਕਿਉਂ ਲੈਣਾ ਪੈ ਗਿਆ, ਤੇ ਜਿਹੜੇ ਲੋਨ ਉਹਨਾਂ ਨੇ ਲਿਆ ਉੱਥੇ ਉਹਨਾਂ ਨੇ ਵਰਤੋਂ 'ਚ ਕਿਉਂ ਨਹੀਂ ਲਿਆਂਦਾ। ਹੋ ਸਕਦਾ ਕਿ ਜਿਹੜੇ ਲੋਨ ਦੇ ਪੈਸੇ ਲਏ ਹੁਣ ਉਸੇ ਨਾਲ ਹੀ ਫਾਈਨਾਂਸ ਦਾ ਧੰਦਾ ਸਟਾਰਟ ਕਰ ਲਿਆ ਗਿਆ ਹੋਵੇ। ਇਹ ਹਲੇ ਹੋ ਸਕਦਾ ਵਾਲੀ ਕੈਟੇਗਰੀ 'ਚ ਹੀ ਹੋ ਸਕਦਾ, ਤੇ ਇਸ ਨੂੰ ਹਲੇ ਆਪਾਂ ਕਲੀਅਰ ਕੱਟ ਕੁਝ ਨਹੀਂ ਕਹਿ ਸਕਦੇ ਜੀ। ਬਾਕੀ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਮੇਰੇ ਖਿਆਲ ਤੇ ਇੱਕ ਹੋਰ ਨਵਾਂ ਤਰੀਕਾ ਮਿਲ ਗਿਆ, ਇੱਕ ਹੋਰ ਨਵਾਂ ਜਿਹੜਾ ਵਿਸ਼ਾ ਉਹ ਮਿਲ ਗਿਆ ਆਮ ਆਦਮੀ ਪਾਰਟੀ ਨੂੰ ਘੇਰਨ ਦਾ। ਤੇ ਐ ਨਹੀਂ ਲੱਗ ਰਿਹਾ ਕਿ ਜਿਵੇਂ ਕਰਦੇ ਆ ਕਿ ਪਹਿਲਾਂ ਜਦੋਂ ਹੁੰਦਾ ਰਹਿੰਦਾ ਸੀ ਉਦੋਂ ਬੜਾ ਕੁਝ ਹੋਈ ਜਾਂਦਾ ਸੀਗਾ, ਬੜੇ ਜਿਹੜੇ ਖੇਤ ਨੇ ਉਹ ਵੀ ਦੱਬੇ ਜਾਂਦੇ ਸੀਗੇ ਪੰਜਾਬ 'ਚ। ਕਹਿੰਦੇ 6 ਲੱਖ ਕਰੋੜ ਦਾ ਜਿਹੜਾ ਕਹਿੰਦੇ ਜ਼ਮੀਨਾਂ ਦੱਬੀਆਂ ਹੋਈਆਂ ਨੇ ਉਹ ਹੁਣ ਮਸਾ ਛਡਾਉਣ ਲੱਗੇ ਆ। ਤੇ ਪਹਿਲਾਂ ਸਰਕਾਰਾਂ ਨੇ ਜਿਹੜੀਆਂ ਉਹ ਕਿੰਨਾ ਟਾਈਮ ਨੇ ਜਿਹੜੀਆਂ ਉਹ ਕੁੰਭਕਰਨੀ ਨੀਂਦ ਸੁੱਤੀਆਂ ਰਹੀਆਂ, ਹੁਣ ਜਦੋਂ ਛੱਡਣ ਤੇ ਆਏ ਤਾਂ ਲੋਕੀ ਆਪੇ ਵੀ ਛੱਡਣ ਲੱਗੇ, ਤੇ ਜਦੋਂ ਕੰਮ ਹੋਣ ਹੀ ਲੱਗਿਆ ਉਦੋਂ ਫਿਰ ਜਦੋਂ ਪਰਾਏ ਕੀ ਤੇ ਆਪਣੇ ਕੀ ਸਾਰੇ ਸੱਜਣੀ ਜਿਹੜੇ ਉਹ ਲਬੇੜੇ ਜਾ ਰਹੇ ਨੇ। ਬਿਲਕੁਲ ਇਹ ਆਮ ਆਦਮੀ ਪਾਰਟੀ ਦੇ ਇੱਕ ਸ਼ਲਾਘਾਯੋਗ ਕਦਮ ਹੈਗਾ। ਬਿਨਾਂ ਸ਼ੱਕ ਇਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ, ਕਿਉਂਕਿ ਅੱਜ ਤੱਕ 73 ਸਾਲਾਂ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ, ਕਦੇ ਵੀ ਜੇ ਉਹਨਾਂ ਦੀ ਸਰਕਾਰਾਂ ਦੇ ਸਮੇਂ ਦੇ ਵਿੱਚ ਜਿਹੜੇ ਇਹ ਕਬਜ਼ੇ ਹੋਏ ਹੋਏ ਸੀਗੇ, ਤੇ ਕਦੇ ਵੀ ਕਿਸੇ ਵੀ ਪਾਰਟੀ ਦੇ ਵੱਲੋਂ ਇੰਨੀ ਵੱਡੀ ਤਾਦਾਦ ਵਿੱਚ ਕਬਜ਼ੇ ਜਿਹੜੇ ਨੇ ਉਹ ਛੁਡਵਾਏ ਨਹੀਂ ਗਏ, ਹਾਲੇ ਤੱਕ ਕਿਸੇ ਵੀ ਪਾਸੇ ਧਿਆਨ 'ਚ ਨਹੀਂ ਆਇਆ। ਤੇ ਹੁਣ ਜਿਹੜਾ ਇਹ ਪੈਸਾ ਜਿਹੜਾ ਇਹ ਕਬਜ਼ੇ ਜਿਹੜੇ ਨੇ ਉਹ ਛੁਡਵਾਏ ਜਾ ਰਹੇ ਨੇ, ਤੇ ਇੱਦਾਂ ਹੀ ਭਗਵੰਤ ਮਾਨ ਦਾ ਇਹ ਬਿਆਨ ਆਉਣਾ ਕਿ ਜਿਹੜਾ ਇਹ ਕਬਜ਼ੇ ਛੁਡਵਾਏ ਜਾ ਰਹੇ ਨੇ ਇਹਨਾਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਛੁਡਵਾ ਕੇ ਕਬਜ਼ੇ ਇਹਨਾਂ ਨੂੰ ਨਿਲਾਮ ਕੀਤਾ ਜਾਏਗਾ, ਤੇ ਇਹ ਪੈਸਾ ਜਿਹੜਾ ਉਹ ਜਨ ਹਿੱਤ ਦੇ ਵਿੱਚ ਜਿਹੜਾ ਉਹ ਵਿਕਾਸ ਕਾਰਜਾਂ ਦੇ ਉੱਤੇ ਲਗਾਇਆ ਜਾਏਗਾ। ਤੇ ਪੈਸਾ ਇਸ ਵੇਲੇ ਬਹੁਤ ਚਾਹੀਦਾ ਹੈ, ਤੇ ਸ਼ੁਰੂਆਤੀ ਤੌਰ ਦੇ ਉੱਤੇ ਜਿੰਨਾ ਪੈਸਾ ਆ ਗਿਆ ਉਨਾ ਥੋੜ੍ਹਾ। ਇਹ ਪੈਸਾ ਜਿੰਨਾ ਵੀ ਆ ਜਾਵੇ ਤੇ ਵਧੀਆ ਗੱਲ ਹੈ, ਕਿਉਂਕਿ ਹੁਣ ਇਹਨਾਂ ਨੂੰ ਸ਼ੁਰੂਆਤੀ ਤੌਰ ਦੇ ਉੱਤੇ ਹੀ ਪੈਸੇ ਦੀ ਲੋੜ ਪਏਗੀ ਜਿੱਥੇ ਤੱਕ ਇਹਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ, ਕਿਉਂਕਿ ਬਾਅਦ ਵਿੱਚ ਇਹਨਾਂ ਨੇ ਜੋ ਪਲੈਨਿੰਗ ਕੀਤੀ ਹੋਈ ਹੈ ਉਹਦੇ ਮੁਤਾਬਕ ਜਿਹੜਾ ਇਹਨਾਂ ਮੁਤਾਬਕ ਜਿਹੜਾ ਉਹ ਬਾਅਦ 'ਚ ਪੈਸੇ ਦਾ ਇੰਤਜ਼ਾਮ ਤਾਂ ਇਹ ਕਰ ਹੀ ਲੈਣਗੇ ਕਿਤੋਂ ਨਾ ਕਿਤੋਂ, ਜਿਹੜੇ ਫਰਾਡ ਰੋਕ ਕੇ
ਫਿਲਹਾਲ ਇਹਨਾਂ ਨੂੰ ਪੈਸੇ ਦੀ ਲੋੜ ਸੀ, ਜਿਹੜਾ ਕਿ ਇਹਨਾਂ ਨੇ ਜਿਹੜਾ ਇਧਰੋਂ ਜ਼ਮੀਨਾਂ ਛਡਵਾ ਕੇ ਇਹ ਸਾਰੀ ਚੀਜ਼ ਜਿਹੜੀ ਆ ਉਹ ਪੈਸੇ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੱਤਾ। ਤੇ ਜੇਕਰ 6 ਲੱਖ ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀਆਂ ਜੇ ਜ਼ਮੀਨਾਂ ਇਹ ਛੁਡਵਾ ਲੈਂਦੇ ਨੇ ਤੇ ਫਿਰ ਪੰਜਾਬ ਦਾ ਕਰਜ਼ਾ ਵੀ ਕਿਤੇ ਜਾਏਗਾ ਤੇ ਪੰਜਾਬ ਜਿਹੜਾ ਉਹ ਸੋਨੇ ਦੀ ਚਿੜੀ ਜਿਹੜੀ ਆ ਉਹ ਦੇਸ਼ ਦੇ ਤਾਂ ਬਣੇ ਨਾ ਬਣੇ ਪੰਜਾਬ ਜ਼ਰੂਰ ਬਣ ਜਾਏਗਾ ਜੀ। ਉਹ ਸੋਨੇ ਦੀ ਚਿੜੀ ਵੀ ਉਹ ਬਣ ਜਾਣਾ ਜਿਹਨੇ ਆਂਡੇ ਹਰ ਰੋਜ਼ ਦੇਣੇ ਆ। ਤੇ ਆਪਣੇ ਪਿੱਛੇ ਭਗਤ ਪੂਰਨ ਸਿੰਘ ਉਹਨਾਂ ਦੀ ਫੋਟੋ ਲੱਗੀ ਹੋਈ ਆ, ਮੈਂ ਆਫ ਦਾ ਕੈਮਰਾ ਪੜ੍ਹ ਰਿਹਾ ਸੀਗਾ ਇਹਨੂੰ। ਇਹਦੇ 'ਚ ਲਿਖਿਆ ਕਹਿੰਦੇ ਮਨੁੱਖਤਾ ਦੀ ਸੇਵਾ ਕਰਨ ਦੇ ਲਈ ਪੈਸੇ ਦੀ ਅਮੀਰੀ ਹੋਣੀ ਜ਼ਰੂਰੀ ਨਹੀਂ, ਇੱਕ ਦਿਲ ਚਾਹੀਦਾ ਜੋ ਬੇਸਹਾਰਿਆਂ ਦਾ ਦਰਦ ਮਹਿਸੂਸ ਕਰ ਸਕੇ। ਉਹ ਹੁਣ ਲੱਗਦਾ ਉਹ ਦਿਲ ਵਾਲੇ ਬੰਦੇ ਨੇ ਜਿਹਦੇ ਸਾਹਮਣੇ ਆਏ ਨੇ, ਕਿਉਂਕਿ ਕੰਮ ਨੇ ਉਸ ਤਰ੍ਹਾਂ ਦੇ ਚੱਲ ਪਏ ਨੇ। ਹੁਣ ਜਿਵੇਂ ਸੀਬੀਆਈ ਦੀ ਰੇਡ ਵੀ ਚਾਹੇ ਹੋਈ ਹੈ, ਆਪਾਂ ਪਹਿਲਾਂ ਨਹੀਂ ਸੀ ਸੁਣਿਆ ਕਿ ਕਿਸੇ ਕਾਂਗਰਸੀ ਜਾਂ ਕਿਸੇ ਅਕਾਲੀ ਮੰਤਰੀ ਦੇ ਉੱਤੇ ਉਦੋਂ ਮਾਮਲਾ ਚੱਲਿਆ ਹੋਵੇ ਜਦੋਂ ਉਹਨਾਂ ਦੀ ਰਾਜ ਦੇ ਵਿੱਚ ਸਰਕਾਰ ਹੈ ਜਾਂ ਜਦੋਂ ਉਹਨਾਂ ਦੀ ਭਾਈਵਾਲ ਸਰਕਾਰ ਹੈ ਸੈਂਟਰ ਦੇ ਵਿੱਚ ਹੋਵੇ। ਇਹ ਵਧੀਆ ਕਦਮ ਹੈ, ਦੇਖਦੇ ਹਾਂ ਜਿਹੜਾ ਕੋਈ ਚੰਗਾ ਕੋਈ ਮਾੜਾ ਉਹ ਲਪੇਟੇ ਜਾਣਾ। ਲਪੇਟਣ ਤੋਂ ਯਾਦ ਆਇਆ ਕਿ ਜਿਹੜੇ ਤੇਜਿੰਦਰ ਬੱਗਾ ਹੋਣੀ ਨੇ, ਜਿਨ੍ਹਾਂ ਨੂੰ ਕੱਲ ਲਪੇਟ ਕੇ ਇੱਥੇ ਪਟਿਆਲੇ ਜਿਹੜਾ ਮੋਹਾਲੀ ਕੋਰਟ ਲਿਆਂਦਾ ਜਾ ਰਿਹਾ ਸੀਗਾ, ਰਾਹ 'ਚ ਉਹਨਾਂ ਨੂੰ ਬੁੱਚ ਕੇ ਜਿਹੜੀ ਹੈ ਦਿੱਲੀ ਪੁਲਿਸ ਲੈ ਗਈ, ਹਰਿਆਣਾ ਪੁਲਿਸ ਨੇ ਵੀ ਉਹਨਾਂ ਦਾ ਚੰਗਾ ਸਾਥ ਦਿੱਤਾ। ਅੱਜ ਮੋਹਾਲੀ ਕੋਰਟ ਫੇਰ ਕਹਿੰਦੀ ਲੈ ਕੇ ਆਓ, ਅਸੀਂ ਤਾਂ ਬੰਦਾ ਫੜ ਕੇ ਅੰਦਰ ਦੇਣਾ ਹੈ। ਕਹਿੰਦੇ 505 ਦਾ ਅਸੀਂ ਪਰਚਾ ਪਾਉਂਦੇ ਹਾਂ, 505(2) ਦਾ ਵੀ ਪਾਉਂਦੇ ਹਾਂ, ਨਾਲ 2-3 ਧਾਰਾਵਾਂ ਹੋਰ ਲਾਈਆਂ ਨੇ, ਉਹਦੇ ਬਾਰੇ ਜਾਣਕਾਰੀ ਤੁਸੀਂ ਦੇ ਦਿਓ। ਦੇਖੋ, ਇਹਦੇ ਵਿੱਚ ਤੇਜਿੰਦਰ ਬੱਗਾ ਦੇ ਖਿਲਾਫ ਜੋ ਕੁਝ ਵੀ ਕੱਲ ਹੋਇਆ ਇੱਕ ਵੱਡਾ ਹਾਈ ਪ੍ਰੋਫਾਈਲ, ਆਪਾਂ ਇਸ ਨੂੰ ਕਹਿ ਸਕਦੇ ਹਾਂ ਹਾਈ ਪ੍ਰੋਫਾਈਲ ਡਰਾਮਾ ਆਪਾਂ ਇਸ ਨੂੰ ਕਹਿ ਸਕਦੇ ਹਾਂ। ਉਹਦੇ ਵਿੱਚ 3 ਸੂਬਿਆਂ ਦੀ ਜਿਹੜੀ ਆ ਉਹ ਸਰਕਾਰਾਂ, 3 ਸੂਬੇ ਦੀਆਂ ਪੁਲਿਸ ਤੇ 3 ਸੂਬੇ ਦੀ ਰਾਜਨੀਤੀ ਜਿਹੜੀ ਆ ਉਹ ਇੱਕ ਬੜੀ ਹਾਈ ਪ੍ਰੋਫਾਈਲ ਡਰਾਮੇ ਦੇ ਵਿੱਚ ਉਲਝੀ ਰਹੀ ਹੈ ਜੀ। ਇਹ ਆਪਣੇ ਆਪ ਦੇ ਵਿੱਚ ਮੇਰੇ ਹਿਸਾਬ ਨਾਲ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲਾ ਮਾਮਲਾ ਹੋਏਗਾ ਜਿਹਦੇ ਵਿੱਚ 3 ਸਰਕਾਰਾਂ ਦੀਆਂ ਪੁਲਿਸ ਜਿਹੜੀ ਆ ਉਲਝ ਕੇ ਇੱਕ ਬੰਦੇ ਨੂੰ ਬਚਾਉਣ ਦੇ ਵਿੱਚ ਤੇ ਇੱਕ ਬੰਦੇ ਨੂੰ ਜਿਹੜਾ ਉਹ ਫਸਾਉਣ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਜੀ। ਤੇ ਉਹ ਸਾਰਾ ਦਾ ਸਾਰਾ ਇੱਕ ਸੰਵਿਧਾਨਕ ਮਸਲਾ ਉੱਠ ਖੜਾ ਹੋਇਆ ਸੀਗਾ। ਪੁਲਿਸ ਦੇ ਖਿਲਾਫ ਹੀ ਜਿਹੜੀ ਉੱਠ ਖੜੀ ਹੋਈ। ਤੇ ਮੈਂ ਅੱਜ ਜੋ ਮੀਡੀਆ ਰਿਪੋਰਟਾਂ ਪੜ੍ਹੀਆਂ ਨੇ ਉਹਦੇ ਵਿੱਚ ਇਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਜਦੋਂ ਪੁਲਿਸ ਦੇ ਵਿੱਚ ਦਿੱਲੀ ਤੇ ਹਰਿਆਣਾ ਪੁਲਿਸ ਨੇ ਜਦੋਂ ਪੰਜਾਬ ਪੁਲਿਸ ਦੀ ਟੀਮ ਨੂੰ ਰੋਕਿਆ, ਜਦੋਂ ਤੇਜਿੰਦਰ ਬੱਗਾ ਨੂੰ ਲੈ ਕੇ ਆ ਰਹੇ ਸੀ, ਤਾਂ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਹਥਿਆਰ ਵੀ ਤਾਣ ਦਿੱਤੇ ਸੀਗੇ। ਤੇ ਉਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਸੀ, ਬੜੀ ਮੰਦਭਾਗੀ ਘਟਨਾ ਸੀਗੀ ਕਿ ਪੁਲਿਸ ਦੇ ਉੱਤੇ ਹਥਿਆਰ ਤਾਣ ਕੇ ਚੋਰ ਜਾਂ ਕਿਸੇ ਮੁਜਰਮ ਦੇ ਉੱਤੇ ਤਾਣੇ ਤਾਂ ਗੱਲ ਵੱਖਰੀ ਹੁੰਦੀ ਹੈ। ਤੇ ਇਹ ਸੁਣੀ ਵੀ ਹੋਈ ਹੈ। ਇਹ ਪਹਿਲੀ ਵਾਰ ਸੁਣਿਆ ਕਿ ਪੁਲਿਸ ਦੇ ਉੱਤੇ ਹੀ ਹਥਿਆਰ ਤਾਣ ਦਿੱਤੇ ਹੋਣ ਤੇ ਇੱਕ ਮੁਜਰਮ ਨੂੰ ਛੁਡਵਾਉਣ ਲਈ ਜਾਂ ਇੱਕ ਮੁਜਰਮ ਨੂੰ ਫੜ ਕੇ ਲਿਜਾਣ ਲਈ। ਤੋ ਆਪਣੇ ਆਪ ਦੇ ਵਿੱਚ ਜਿਹੜਾ ਉਹ ਇੱਕ ਮੇਰੇ ਹਿਸਾਬ ਨਾਲ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲਾ ਮਾਮਲਾ ਹੋਏਗਾ ਜਿਹਦੇ ਵਿੱਚ ਪੁਲਿਸ ਇਸ ਤਰ੍ਹਾਂ ਉਲਝ ਗਈ ਹੋਵੇ। ਉਹ ਮਾਮਲਾ ਹੋਰ ਵੀ ਉਦੋਂ ਜ਼ਿਆਦਾ ਦਿਲਚਸਪ ਹੋ ਗਿਆ ਕਿ ਜਦੋਂ ਇੱਥੋਂ ਲੈ ਕੇ ਗਏ, ਇੱਥੋਂ ਲਿਜਾ ਕੇ ਉਹਨਾਂ ਨੇ ਦਿੱਲੀ ਕੋਰਟ ਦੇ ਵਿੱਚ ਪੇਸ਼ ਕੀਤਾ। ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਵੀ ਸੱਟਾਂ ਲੱਗੀਆਂ ਨੇ, ਬਿਆਨ ਨੂੰ ਫੇਰ ਦਿੱਤਾ ਜਾਏਗਾ, ਉਹਨੂੰ ਘਰੇ ਭੇਜਿਆ ਤੇ ਉੱਥੇ ਵੀ ਦਿੱਲੀ ਪੁਲਿਸ ਵੱਲੋਂ ਸਿਕਿਉਰਿਟੀ ਮੁਹੱਈਆ ਕਰਾ ਦਿੱਤੀ ਗਈ ਉਹਨੂੰ, ਤੇਜਿੰਦਰ ਬੱਗਾ ਨੂੰ ਜੀ। ਉਹ ਤੇਜਿੰਦਰ ਬੱਗਾ ਜਿਹੜਾ ਉੱਥੋਂ ਨਿਕਲ ਕੇ ਪੰਜਾਬ ਪੁਲਿਸ ਤੋਂ ਬਚ ਕੇ ਉੱਥੇ ਜਦੋਂ ਪਹੁੰਚਦਾ ਤੇ ਵਿਕਟਰੀ ਦਾ ਨਿਸ਼ਾਨ ਬਣਾਉਂਦਾ ਆਪਣੇ ਸਾਥੀਆਂ ਨਾਲ ਮਿਲ ਕੇ, ਵੀ ਜਿਵੇਂ ਪਤਾ ਨਹੀਂ ਕਿੰਨੀ ਵੱਡੀ ਜੰਗ ਜਿੱਤ ਕੇ ਆਪਾਂ ਵਾਪਸ ਆ ਗਏ ਹੁੰਦੇ ਆ। ਪਰ ਇਹ ਭੁੱਲਣਾ ਨਹੀਂ ਚਾਹੀਦਾ ਕਿ ਕਾਨੂੰਨ ਦੇ ਮਸਲੇ ਹਲੇ ਵੀ ਪੈਂਡਿੰਗ ਪਏ ਨੇ। ਜਿਹੜੇ ਪਰਚਾ ਜਿਹੜਾ ਦਰਜ ਹੋਇਆ ਉਹ ਪਰਚਾ ਕੈਂਸਲ ਨਹੀਂ ਹੋਇਆ, ਉਹ ਪਰਚਾ ਹਲੇ ਆਪਣੇ ਆਪ ਦੇ ਵਿੱਚ ਐਗਜ਼ਿਸਟ ਕਰ ਰਿਹਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਦੇਰ ਸਵੇਰ ਕਿਤੇ ਨਾ ਕਿਤੇ ਉਹਨਾਂ ਦੀ ਗ੍ਰਿਫਤਾਰੀ ਹੋਣੀ ਹੈ। ਇਹ ਵਿਕਟਰੀ ਦੇ ਨਿਸ਼ਾਨ ਉਦੋਂ ਬਣਾਈ ਦੇ ਹੁੰਦੇ ਨੇ ਜਦੋਂ ਪੂਰੇ ਮਾਮਲੇ 'ਚ ਆਪਾਂ ਸਾਫ਼ ਬਰੀ ਹੋ ਕੇ ਨਿਕਲ ਜਾਈਏ। ਹਲੇ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਪੈਂਡਿੰਗ ਪਿਆ, ਤੇ ਜੇ ਉਹ ਵਾਕਈ ਹੀ ਬੇਕਸੂਰ ਨੇ ਤੇ ਉਹਨਾਂ ਨੂੰ ਫਸਾਇਆ ਜਾ ਰਿਹਾ ਤੇ ਫਿਰ ਉਹ ਕੀ ਬਾਕੀ ਦੇ ਲੋਕ ਵੀ ਉਹਨਾਂ ਨਾਲ ਖੜ ਕੇ ਵਿਕਟਰੀ ਦੇ ਨਿਸ਼ਾਨ ਬਣਾਉਣ, ਉਹ ਜਿਹੜੀ ਜਨਤਾ ਵੀ ਉਹਦੇ ਨਾਲ ਜਿਹੜੀ ਆ ਉਹਨਾਂ ਨੂੰ ਸਾਥ ਦੇਵੇਗੀ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਜਿਹੜਾ ਹੁਣ ਵਾਰੰਟ ਜਾਰੀ ਕੀਤੇ ਗਏ ਨੇ ਇਹ ਉਸੇ ਮਾਮਲੇ ਦੇ ਵਿੱਚ ਵਾਰੰਟ ਜਾਰੀ ਕੀਤੇ ਨੇ। 153 ਜਿਹੜੀ ਇਹਦੀ ਧਾਰਾ ਲੱਗੀ ਹੋਈ ਹੈ ਉਹ ਦੋ ਭਾਈਚਾਰਿਆਂ ਦੇ ਵਿੱਚ ਦੰਗਾ ਭੜਕਾਉਣ ਦੀ ਧਾਰਾ ਹੈਗੀ ਆ। ਉਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਧਾਰਾ ਹੁੰਦੀ ਹੈ। ਉਹਦੇ 'ਚ ਮੇਰੇ ਹਿਸਾਬ ਨਾਲ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਜਿੱਥੇ ਤੱਕ ਮੈਨੂੰ ਆਈਡੀਆ। ਤੇ ਉਹ ਜਿਹੜੀ ਉਸ ਦੇ ਵਿੱਚ ਬਾਕੀ ਦੀਆਂ ਜਿਹੜੀਆਂ ਧਾਰਾਂ ਨੇ 506 ਆ, ਧਮਕੀ ਦੇਣਾ ਜਾਂ ਬਾਕੀ ਦੀਆਂ ਛੋਟੀਆਂ ਮੋਟੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ, ਉਹ ਇੰਨੀਆਂ ਮਾਇਨੇ ਨਹੀਂ ਰੱਖਦੀਆਂ। ਜਿਹੜੀ 505 ਹੈਗੀ ਆ ਉਹਦੇ ਵਿੱਚ ਕਿਸੇ ਦੇ ਖਿਲਾਫ ਝੂਠਾ ਪ੍ਰਚਾਰ ਕਰਨਾ ਅਖਬਾਰ ਦੇ ਵਿੱਚ ਜਾਂ ਕਿਸੇ ਵੀ ਮੀਡੀਆ ਮਾਧਿਅਮ ਦੇ ਰਾਹੀਂ ਉਹ ਝੂਠਾ ਪ੍ਰਚਾਰ ਕਰਨ ਦੀ ਧਾਰਾ ਹੁੰਦੀ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਾਕੀ ਦੀਆਂ ਧਾਰਾਵਾਂ ਨੂੰ ਜਿਹੜੀ ਆ ਉਹ ਸਭ ਤੋਂ ਵੱਡੀ ਧਾਰਾ ਜਿਹੜੀ 153A ਹੈਗੀ ਆ ਉਹ ਦੰਗਾ ਭੜਕਾਉਣ ਦੀ ਹੈਗੀ ਆ। ਉਹ ਕਿਤੇ ਨਾ ਕਿਤੇ ਜਿਹੜੀ ਆ ਬੜੀ ਵੱਡੀ ਗੱਲ ਮੰਨੀ ਜਾਂਦੀ ਆ। ਤੇ ਤੇਜਿੰਦਰ ਬੱਗਾ ਹੋਣਾ ਦੇ ਇੱਕ ਪਾਸੇ ਕਿਹਾ ਜਾਂਦਾ ਕਿ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈਗੇ, ਦੂਜੇ ਪਾਸੇ ਉਹ ਜਿਹੜੀ ਆ ANI ਤੇ ਹੋਰਾਂ ਨੂੰ ਜਿਹੜੀਆਂ ਉਹ ਇੰਟਰਵਿਊ ਵੀ ਦੇ ਰਹੇ ਨੇ ਤੇ ਉਹ ਮੀਡੀਆ ਦੇ ਵਿੱਚ ਵੀ ਆ ਰਹੇ ਨੇ। ਤੇ ਉਹ ਕੇਜਰੀਵਾਲ ਹੋਣਾ ਨੂੰ ਵੀ ਜਿਹੜੀ ਉਹ ਕਹਿ ਰਹੇ ਨੇ ਵੀ ਜਿੰਨੀਆਂ ਮਰਜ਼ੀ FIR ਦਰਜ ਕਰ ਦਿਓ।
ਤਾਂ ਵੇਖੋ ਵੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਪਰ ਇਹ ਜਿਹੜੇ ਵਾਰੰਟ ਜਾਰੀ ਹੋਇਆ, ਕਿਤੇ ਨਾ ਕਿਤੇ ਪੰਜਾਬ ਪੁਲਿਸ ਦੀ ਇਹਦੇ ਨਾਲ ਜਿਹੜੀ ਕਿਰਕਰੀ ਜ਼ਰੂਰ ਹੋਈ ਆ ਕਿ ਜਿਹੜੀ ਪੰਜਾਬ ਪੁਲਿਸ ਨੂੰ ਇਹ ਵਾਰੰਟ ਪਹਿਲਾਂ ਲੈ ਲੈਣੇ ਚਾਹੀਦੇ ਸੀ, ਉਹ ਹੁਣ ਲੈ ਕੇ ਜਾ ਰਹੀ ਹੈ। ਤੇ ਇਹਦਾ ਮਤਲਬ ਇਹ ਸੀ ਕਿ ਇਹ ਸਾਫ਼ ਹੁੰਦਾ ਕਿ ਪੰਜਾਬ ਪੁਲਿਸ ਇਹ ਪਹਿਲਾਂ ਗਲਤ ਸੀਗੀ, ਉਹਨਾਂ ਨੂੰ ਪਹਿਲਾਂ ਹੀ ਵਾਰੰਟ ਲੈ ਕੇ ਤੁਰਨਾ ਚਾਹੀਦਾ ਸੀ। ਤੇ ਜੇ ਉਹ ਹੁਣ ਲੈ ਕੇ ਜਾ ਰਹੀ ਹੈ ਵਾਰੰਟ, ਤੱਕ ਉਹ ਉਹਨਾਂ ਨੇ ਆਪ ਸਾਬਤ ਕਰ ਦਿੱਤਾ ਕਿ ਅਸੀਂ ਗਲਤ ਸੀਗੇ। ਤੇ ਜੇ ਉਹ ਪਹਿਲਾਂ ਉਹ ਸਹੀ ਸੀਗੇ ਤੇ ਫਿਰ ਉਹਨਾਂ ਨੂੰ ਵਾਰੰਟ ਲੈਣ ਦੀ ਲੋੜ ਹੀ ਕੀ ਸੀਗੀ? ਇਹ ਇੱਕ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਿਹੜਾ ਇਸ ਚੀਜ਼ ਦੇ ਉੱਤੇ ਆਦਮ ਮੰਥਨ ਕਰਨ ਦੀ ਲੋੜ ਹੈ, ਕਿਉਂਕਿ ਦਿੱਲੀ ਪੁਲਿਸ ਨੇ ਪੂਰੀ ਟੈਕਨੀਕਲ ਤਰੀਕੇ ਦੇ ਨਾਲ ਇਹ ਸਾਰਾ ਦਾ ਸਾਰਾ ਜਿਹੜਾ ਖੇਡ ਹੈ ਉਹਦੇ ਵਿੱਚ ਹਿੱਸਾ ਲਿਆ। ਉਹਨਾਂ ਨੇ ਪਹਿਲਾਂ ਉੱਥੇ ਜਾ ਕੇ ਮਾਮਲਾ ਦਰਜ ਕੀਤਾ, ਫਿਰ ਉਹਨਾਂ ਨੇ ਅਦਾਲਤ ਦੇ ਵਿੱਚ ਗਏ, ਅਦਾਲਤ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਬੰਦਾ ਲੈ ਗਏ। ਉਹਨਾਂ ਨੇ ਲੋਕੇਸ਼ਨ ਦੱਸੀ, ਉੱਥੇ ਉਹਨਾਂ ਦੀ ਲੋਕੇਸ਼ਨ ਅਨੁਸਾਰ ਫਿਰ ਜਿਹੜਾ ਉਹਨਾਂ ਨੇ ਵਾਰੰਟ ਦਿੱਤੇ ਤੇ ਉਹਨਾਂ ਨੇ ਵਾਰੰਟ ਜਿਹੜੇ ਨੇ ਉਹ ਹਰਿਆਣਾ ਪੁਲਿਸ ਨੂੰ ਭੇਜਤੇ। ਹਰਿਆਣਾ ਪੁਲਿਸ ਤੋਂ ਵੀ 2 ਜਗ੍ਹਾ ਤੋਂ ਜਦੋਂ ਸਲਿੱਪ ਕਰਕੇ ਤੇ ਤੀਜੀ ਜਗ੍ਹਾ ਤੇ ਨਾਕੇ ਦੇ ਉੱਤੇ ਲਗਾ ਕੇ ਉਹਨਾਂ ਨੂੰ ਫੜ ਲਿਆ ਉੱਥੇ। ਤੇ ਜਦੋਂ ਫੜਿਆ ਵੀ ਉੱਥੇ ਵੀ ਕਾਫੀ ਡਰਾਮਾ ਹੋਇਆ, ਤੂੰ ਮੈਂ ਹੋਈ, ਇਹਨਾਂ ਦੀ ਇੱਕ ਦੂਜੇ ਦੇ ਹਥਿਆਰ ਤਾਣ ਦਿੱਤੇ ਗਏ। ਉਹ ਕਾਫੀ ਵੱਡਾ ਲੈਵਲ ਦਾ ਹਾਈ ਪ੍ਰੋਫਾਈਲ ਡਰਾਮਾ ਚੱਲਿਆ ਹੈਗਾ ਇੱਕ ਬੰਦੇ ਨੂੰ ਲੈ ਕੇ। ਤੇ ਉਹ ਬੰਦਾ ਜਿਹਦੇ ਉੱਤੇ ਪਹਿਲਾਂ ਵੀ ਕਈ ਵਾਰੀ ਪਰਚੇ ਦਰਜ ਨੇ, ਉਹ ਬੰਦਾ ਜਿਹਨੇ ਪ੍ਰਸ਼ਾਂਤ ਭੂਸ਼ਣ ਦੇ ਉੱਤੇ ਵੀ ਹਮਲਾ ਕਰਨ ਦਾ ਜਿਹਨਾਂ ਤੇ ਦੋਸ਼ ਲੱਗੇ ਨੇ, ਉਹ ਬੰਦਾ ਜਿਹਨੇ ਅਰੁੰਧਤੀ ਨੂੰ ਵੀ ਜਿਹੜਾ ਅਰੁੰਧਤੀ ਰਾਏ ਨੂੰ ਵੀ ਉਹਨਾਂ ਨੇ ਭੱਦੀਆਂ ਟਿੱਪਣੀ ਕੀਤੀਆਂ ਸੀਗੀਆਂ। ਤੇ ਹੁਣ ਉਹ ਭਾਰਤੀ ਜਨਤਾ ਪਾਰਟੀ 'ਚ ਨੇ, ਕੇਂਦਰ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਤੇ ਕਿਤੇ ਨਾ ਕਿਤੇ ਵੱਡੀ ਸਪੋਰਟ ਹੈਗੀ ਉਹਨਾਂ ਨੂੰ। ਤੇ ਕੇਜਰੀਵਾਲ ਉਹਨਾਂ ਦੇ ਖਿਲਾਫ ਜੋ ਕੁਝ ਵੀ ਉਹਨਾਂ ਨੇ ਕੀਤਾ ਹੈਗਾ ਉਹ ਸਹੀ ਸੀ ਗਲਤ ਸੀ, ਇਸ ਮਾਮਲੇ ਨੂੰ ਲੈ ਕੇ ਹਾਲੇ ਟਿੱਪਣੀ ਕਰਨੀ ਸਹੀ ਨਹੀਂ ਹੋਏਗੀ, ਕਿਉਂਕਿ ਇਹ ਮਾਮਲਾ ਜਿਹੜਾ ਹਾਲੇ ਸਬ ਜੁਡਾਈਸ ਹੈ, ਇਹ ਕੋਰਟ ਦੇ ਵਿੱਚ ਹੈ ਤੇ ਕੋਰਟ ਨੇ ਇਸ ਦੇ ਉੱਤੇ ਫੈਸਲਾ ਲੈਣਾ। ਮੰਗਲਵਾਰ ਨੂੰ ਜਿਹੜੀ ਹੈ ਇਸ ਗੱਲ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਵੀ ਜੋ ਕੁਝ ਵੀ ਪੰਜਾਬ, ਹਰਿਆਣਾ ਤੇ ਦਿੱਲੀ ਪੁਲਿਸ ਦੇ ਵਿਚਕਾਰ ਹੋਇਆ ਉਸ ਦੇ ਵਿੱਚ ਕੌਣ ਸਹੀ ਸੀ ਤੇ ਕੌਣ ਗਲਤ ਸੀਗੀ। ਤੇ ਇਹਦੇ ਨਾਲ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਅਗਲੀ ਸੁਣਵਾਈ ਵੀ ਇਸ ਮਾਮਲੇ ਨੂੰ ਲੈ ਕੇ ਹੋਣੀ। ਤੇ ਮੈਨੂੰ ਲੱਗਦਾ ਹੈ ਕਿ ਮਾਮਲਾ ਜਿਹੜਾ ਹੈ ਸੰਵਿਧਾਨਕ ਜਿਹੜਾ ਇਹਦੇ ਵਿੱਚ ਸੰਕਟ ਖੜਾ ਹੋਇਆ ਵਾ, ਤੇ ਇਸ ਮਾਮਲੇ ਨੂੰ ਹੱਲ ਕਰ ਲੈਣਾ ਇੱਕ ਆਪਣੇ ਆਪ ਦੇ ਵਿੱਚ ਵੱਡੀ ਜਿਹੜੀ ਹੈ ਚੁਣੌਤੀ ਹੋਏਗੀ। ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਿਸਾਲ ਦਿੱਤੀ ਜਾਏਗੀ ਇਸ ਮਾਮਲੇ ਨੂੰ ਲੈ ਕੇ। ਜਿਹੜੀ ਐਫਆਈਆਰਾਂ ਦੇ ਵਿੱਚ ਆਪਾਂ ਅਕਸਰ ਹੀ ਪੜ੍ਹਦੇ ਹੁੰਦੇ ਆ ਜਿਹੜੇ ਬੰਦਿਆਂ ਉੱਤੇ 2 ਜਾਂ 3 ਮਾਮਲੇ ਹੋਣ ਜਾਂ 4 ਤੋਂ ਜ਼ਿਆਦਾ ਮਾਮਲੇ ਹੋਣ, ਉਹਨਾਂ ਦੇ ਨਾਲ ਜੁੜ ਜਾਂਦਾ ਇੱਕ ਵਰਡ ਜਰਾਇਮ ਪੇਸ਼ਾ, ਹਿਸਟਰੀ ਸ਼ੀਟਰ ਹੈ ਜਿਹੜਾ ਉਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਆ, ਜਰਾਇਮ ਪੇਸ਼ਾ ਕਹਿ ਦਿੰਦੇ ਆ। ਨਾਲ ਗੱਲ ਜੁੜ ਜਾਂਦੀ ਹੈ ਕਿ ਇਹ ਜੀ ਆਦੀ ਨੇ ਐਸੀ ਜਿਹੜੀਆਂ ਜੁੜੀਆਂ ਹੋਈਆਂ ਵਾਰਦਾਤਾਂ ਕਰਨ ਦੀ। ਜੇ ਕੋਈ ਚੋਰੀ ਕਰਨ ਵਾਲਾ ਉਹਦੇ 'ਚ 2-3 ਚੋਰੀ ਦੇ ਪਰਚੇ ਹੋ ਜਾਣ ਤਾਂ ਉਹਨੂੰ ਫਿਰ ਚੋਰੀ ਦੇ ਮਾਮਲਿਆਂ ਨਾਲ ਜੋੜ ਕੇ ਦੇਖਿਆ ਜਾਣ ਲੱਗ ਜਾਂਦਾ। ਜਦੋਂ ਕਿਧਰੇ ਉਹਦੇ ਆਲੇ ਦੁਆਲੇ ਚੋਰੀ ਹੁੰਦੀ ਆ ਉਹ ਬੰਦਾ ਪਹਿਲਾਂ ਚੱਕ ਲੈਂਦੇ ਨੇ। ਤੇ ਹੁਣ ਇਹਨਾਂ ਦੇ ਉੱਤੇ ਵੀ ਜਦੋਂ ਇਹੋ ਜਿਹੇ ਮਾਮਲੇ ਲੱਗਦੇ ਰਹੇ ਨੇ ਕਿ ਭੜਕਾਊ ਭਾਸ਼ਣ ਦਿੰਦੇ ਨੇ ਜਾਂ ਇਹ ਜਾ ਕੇ ਕੁੱਟਮਾਰ ਕਰਦੇ ਨੇ ਜਾਂ ਇਹ ਜਿਹੜਾ ਇਸ ਤਰ੍ਹਾਂ ਦਾ ਕਾਮਾਰੋਲੀ ਪਾਉਂਦੇ ਰਹਿੰਦੇ ਨੇ ਹਰ ਇੱਕ ਗੱਲਾਂ ਦੇ ਉੱਤੇ, ਕੀ ਇਹਨਾਂ ਦੇ ਕੇਸ ਦੇ ਵਿੱਚ ਇਸ ਤਰ੍ਹਾਂ ਦਾ ਵਰਡ ਕੋਈ ਐਫਆਈਆਰ ਦੇ ਨਾਲ ਜੋੜ ਕੇ ਪੁਲਿਸ ਅੱਗੇ ਕਰ ਸਕਦੀ ਹੈ? ਨਹੀਂ, ਇਹ ਮਾਮਲਾ ਹੋਰ ਹੈ। ਇਸ ਮਾਮਲੇ ਨੂੰ ਲੈ ਕੇ ਇਹਨਾਂ ਨੇ ਬਿਆਨ ਦੇਣਾ, ਭੜਕਾਊ ਸਿਸਟਮ ਦੇ ਉੱਤੇ ਲੈ ਕੇ ਚੱਲਣਾ, ਇਹ ਮਾਮਲਾ ਪੋਲੀਟੀਕਲ ਦੇ ਤੌਰ ਦੇ ਉੱਤੇ ਦੇਖਦੀ ਹੈ, ਪੁਲਿਸ ਵੀ ਦੇਖਦੀ ਹੈ ਤੇ ਦੂਜੀ ਅਦਾਲਤਾਂ ਦੇ ਵਿੱਚ ਵੀ ਇਹ ਕਿਹਾ ਜਾਂਦਾ ਹੈਗਾ। ਜਰਾਇਮ ਪੇਸ਼ਾ ਉਹ ਹੁੰਦੇ ਨੇ ਜਿਹੜੇ ਕਿ ਕਿਸੇ ਚੀਜ਼ ਨੂੰ ਹਾਸਲ ਕਰਨ ਲਈ, ਫਾਈਨੈਂਸ਼ੀਅਲੀ ਜਾਂ ਕੁਝ ਇਸ ਤਰ੍ਹਾਂ ਚੀਜ਼ ਨੂੰ ਹਾਸਲ ਕਰਨ ਲਈ ਜਿਹੜੇ ਉਹ ਕੁਝ ਜੁਰਮ ਕਰਦੇ ਨੇ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਜੁਰਮ ਕਰਦੇ ਨੇ, ਤੇ ਉਹ ਚੀਜ਼ ਜਿਹੜੀ ਆ ਉਹ ਹੈਗੀ। ਇੱਥੇ ਆ ਜਾਂਦਾ ਪ੍ਰਚਾਰ ਦੇ ਵਿੱਚ, ਇੱਥੇ ਆ ਜਾਂਦਾ ਪੋਲੀਟੀਕਲ ਤੌਰ ਦੇ ਉੱਤੇ ਸਾਰੀਆਂ ਚੀਜ਼ਾਂ। ਇਹ ਜਰਾਇਮ ਪੇਸ਼ਾ ਇਹਨੂੰ ਆਪਾਂ ਇਹਦੇ ਵਿੱਚ ਇਹ ਵਰਡ ਜਿਹੜਾ ਉਹ ਜੋੜਨਾ ਥੋੜਾ ਸਹੀ ਨਹੀਂ ਹੋਏਗਾ। ਪਰ ਹਿਸਟਰੀ ਸ਼ੀਟਰ ਵੀ ਉਹਨਾਂ ਦੇ ਵਿੱਚ ਹੀ ਆਏ ਨੇ ਜਿਨ੍ਹਾਂ ਦਾ ਜਿਹੜਾ ਉਹ ਕ੍ਰਿਮੀਨਲ ਰਿਕਾਰਡ ਹੁੰਦਾ, ਜਿਹੜੇ ਕਿ ਕ੍ਰਾਈਮ ਕਰਨ ਦੇ ਵਿੱਚ ਉਹ ਉਹਨਾਂ ਦੀ ਜਿਹੜੀ ਇੱਕ ਉਹ ਲਗਾਤਾਰ ਉਹਨਾਂ ਦੀ ਹਿਸਟਰੀ ਬਣੀ ਹੁੰਦੀ ਹੈ। ਤੇ ਇਹ ਮਾਮਲਾ ਜਿਹੜਾ ਨਹੀਂ ਆਏਗਾ, ਜਰਾਇਮ ਪੇਸ਼ਾ ਦੇ ਵਿੱਚ ਨਹੀਂ ਆਏਗਾ। ਲੇਕਿਨ ਪੇਸ਼ਾ ਮਤਲਬ ਇਹਨਾਂ ਦਾ ਜੁਰਮ ਕਰਨਾ ਇਹਨਾਂ ਦਾ ਪੇਸ਼ਾ ਹੈ। ਉਹ ਇਹ ਪੇਸ਼ਾ ਵਰਡ ਨਹੀਂ ਆਏਗਾ ਕਿ ਪੇਸ਼ੇਵਰ ਨਹੀਂ ਹੈਗੇ ਇਹ ਕਿਤੇ ਨਾ ਕਿਤੇ ਇਹਨਾਂ ਦਾ ਮਕਸਦ ਜਿਹੜਾ ਉਹ ਪੋਲੀਟੀਕਲ ਆਪਣੇ ਆਪ ਨੂੰ ਹਾਈਲਾਈਟ ਕਰਨਾ ਜਾਂ ਪਾਰਟੀਆਂ ਦੇ ਨਾਲ ਜੁੜ ਕੇ ਕੁਝ ਇਸ ਤਰ੍ਹਾਂ ਦਾ ਕਰਨਾ। ਜੁਰਮ ਜਿਹੜਾ ਹਾਂ ਉਹ ਗੱਲ ਵੱਖਰੀ ਹੈ ਕਿ ਜੇ 153 ਇਹ ਧਾਰਾ ਜਿਹੜੀ ਹੈ ਜੁੜ ਜਾਂਦੀ ਹੈ ਤਾਂ ਇਹ ਬਾਕੀ ਜੁਰਮਾਂ ਨੂੰ ਜਿਹੜੀ ਹੈ ਛੱਡ ਕੇ ਕਿਤੇ ਅੱਗੇ ਲੰਘ ਜਾਏਗੀ ਇਹ ਚੀਜ਼ ਜਿਹੜੀ ਹੈਗੀ। ਮੇਰਾ ਸਵਾਲ ਪੁੱਛਣ ਦਾ ਪਿੱਛੇ ਦਾ ਮਕਸਦ ਇਹ ਸੀਗਾ ਕਿ ਸਾਡੇ ਇੱਕ ਦਰਸ਼ਕ ਨੇ ਪੁੱਛਿਆ ਸੀਗਾ, ਉਹ ਕਾਨੂੰਨ ਦੇ ਪ੍ਰਤੀ ਜਿਹੜੇ ਥੋੜੇ ਜਾਗਰੂਕ ਨੇ, ਉਹ ਕਹਿੰਦੇ ਜੀ ਕਿ ਇਹ ਜਦੋਂ ਪਟਿਆਲੇ ਦੇ ਵਿੱਚ ਹਿੰਸਾ ਹੋਈ ਆ 29 ਤਰੀਕ ਨੂੰ ਪਿੱਛੇ, ਕਹਿੰਦੇ ਉਦੋਂ ਬੜੀਆਂ ਗੱਲਾਂ ਚੱਲੀਆਂ ਕਿ ਹਰੀ ਸਿੰਘ ਨੂੰ ਪਹਿਲਾਂ ਫੜ ਲੈਂਦੇ, ਪਰਵਾਨੇ ਉਹਨਾਂ ਨੂੰ ਪਹਿਲਾਂ ਫੜ ਲੈਂਦੇ ਤੇ ਇਹ ਮਾਮਲਾ ਐਡਾ ਲੰਬਾ ਜਾਂਦਾ ਹੀ ਨਹੀਂ। ਇਹ ਪਹਿਲਾਂ ਇਹੋ ਜਿਹਾ ਕੁਝ ਕਰਦੇ ਆਏ ਨੇ। ਇਸ ਤਰ੍ਹਾਂ ਦੇ ਹੀ ਲੋਕ ਨੇ ਜਿਹੜੇ ਬਾਕੀਆਂ ਨੂੰ ਭੜਕਾ ਕੇ ਤੇ ਦੂਜਿਆਂ ਦੀ ਦੰਗੇ ਕਰਾਉਂਦੇ ਨੇ। ਇਹ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀਗੇ, ਦੋਨਾਂ ਦੇ ਉੱਤੇ, ਪਰਵਾਨਾ ਉੱਤੇ ਵੀ ਤੇ ਸਿੰਗਲਾ ਸਾਹਿਬ ਤੇ ਵੀ। ਤੇ ਇਹ ਗੱਲ ਫਿਰ ਜੇ ਬੱਗਾ ਉਹਨਾਂ ਦੇ ਨਾਲ ਜੋੜ ਕੇ ਦੇਖਦੇ ਆ, ਕਹਿੰਦੇ ਕੀ ਇਸ ਮਾਮਲੇ ਤੇ ਹੋ ਸਕਦਾ? ਇਹਦੇ ਬਾਰੇ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਬਹੁਤ ਧੰਨਵਾਦੀ ਹਾਂ ਇਹਦੇ ਲਈ। ਨਾਲ ਇੱਕ ਆਖਰੀ ਸਵਾਲ ਮੇਰਾ ਇਹ ਬਣ ਜਾਂਦਾ ਕਿ ਦੇਖੋ ਇੱਧਰ ਵੀ ਪੁਲਿਸ ਹੈ,
ਜਿਹੜੀ ਇੱਕ ਪਾਰਟੀ ਆ ਉਹ ਵੀ ਪੁਲਿਸ ਹੈ, ਦੂਜੀ ਪਾਰਟੀ ਆ ਉਹ ਵੀ ਪੁਲਿਸ ਹੈ, ਉਹਨਾਂ ਤੇ ਵੀ ਆਰੋਪ ਲੱਗਦੇ ਆ ਕਿ ਉਹਨਾਂ ਨੇ ਜੀ ਰਾਜਨੇਤਾਵਾਂ ਦੇ ਹੱਥ ਦੇ ਵਿੱਚ ਹੱਥ ਠੋਕੇ ਬਣ ਕੇ ਖੇਡੇ ਆ। ਇੱਧਰ ਇਹਨਾਂ ਤੇ ਪੰਜਾਬ ਪੁਲਿਸ ਦੇ ਉੱਤੇ ਜਿਹੜੇ ਆਰੋਪ ਨੇ ਉਹ ਵੀ ਇਹੀ ਲੱਗ ਰਹੇ ਨੇ ਕਿ ਹੱਥ ਠੋਕੇ ਬਣੇ ਆ। ਤੇ ਮਾਮਲਾ ਤਾਂ ਇੱਕੋ ਵੱਲ ਜਾਣਾ ਹੈ, ਜਾਂ ਹਰਿਆਣੇ ਦੇ ਵੱਲ ਜਾਣਾ ਹੈ ਜਾਂ ਪੰਜਾਬ ਦੇ ਵੱਲ ਜਾਣਾ ਹੈ। ਪੁਲਿਸ ਹੈ ਜਿਹੜੀ, ਉਹਨਾਂ ਦਾ ਅਕਸ ਹੈ ਉਹ ਸਰਕਾਰਾਂ ਖਰਾਬ ਕਰ ਰਹੀਆਂ ਨੇ, ਚਾਹੇ ਇੱਧਰਲੀ ਕਰੇ ਚਾਹੇ ਉੱਧਰਲੀ ਕਰੇ। ਕੀ ਇਹ ਸਟੇਟਮੈਂਟ ਠੀਕ ਹੈ? ਦੇਖੋ, ਪੁਲਿਸ ਜਿਹੜੀ ਆ ਉਹ ਕਿਤੇ ਨਾ ਕਿਤੇ, ਮੈਂ ਵੀ ਇਸ ਗੱਲ ਨੂੰ ਜਿਹੜਾ ਦੂਰ ਬੈਠੇ ਜਦੋਂ ਜੱਜ ਕਰਦਾ ਤਾਂ ਕਿਤੇ ਨਾ ਕਿਤੇ ਪੁਲਿਸ ਜਿਹੜੀ ਆ ਉਹ ਟੂਲ ਬਣ ਰਹੀ ਹੈ। ਚਾਹੇ ਉਹ ਕਿਸੇ ਮਾਮਲੇ ਦੀ ਕਿਸੇ ਸਟੇਟ ਦੀ ਪੁਲਿਸ ਵੀ ਬਣ ਰਹੀ ਹੈ, ਉਹ ਟੂਲ ਬਣ ਰਹੀ ਹੈ। ਤੇ ਇਹ ਟੂਲ ਜਿਹੜੀ ਆ ਉਹ ਨਹੀਂ ਬਣਨੀ ਚਾਹੀਦੀ। ਉਹ ਇੱਕ ਅੱਗੇ ਆਉਣ ਵਾਲੇ ਸਮੇਂ 'ਚ ਸਾਬਤ ਹੋਏਗਾ, ਕਿਉਂਕਿ ਤਿੰਨੋਂ ਪੁਲਿਸ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਉਲਝੀਆਂ ਹੋਈਆਂ ਨੇ। ਦੋ ਪੁਲਿਸ ਇੱਕ ਸਾਈਡ ਤੇ, ਇੱਕ ਪੁਲਿਸ ਇੱਕ ਸਾਈਡ ਦੇ ਉੱਤੇ, ਤੇ ਦੋਨਾਂ ਦੇ ਵਿੱਚੋਂ ਇੱਕ ਪੁਲਿਸ ਨੇ ਅਦਾਲਤ ਦੇ ਵਿੱਚ ਜਾ ਕੇ ਗਲਤ ਸਾਬਤ ਹੋਣਾ ਹੀ ਹੋਣਾ। ਤੇ ਉਹ ਸਾਬਤ ਜਦੋਂ ਹੋਏਗੀ ਤਾਂ ਕਿਤੇ ਨਾ ਕਿਤੇ ਇਹ ਗੱਲ ਹੋਏਗਾ ਕਿ ਹੱਥ ਠੋਕੀ ਹੈਗੀ ਸੀ ਉਹ। ਹੁਣ ਮੈਂ ਇਹਦੇ ਨਾਲ ਨਾਲ ਇੱਕ ਚੀਜ਼ ਕਲੀਅਰ ਕਰਦਾ ਕਿ ਪੰਜਾਬ ਸਰਕਾਰ ਨੇ 2 ਅਰਜ਼ੀਆਂ ਦਿੱਤੀਆਂ ਨੇ ਅਦਾਲਤ ਦੇ ਵਿੱਚ। ਇੱਕ ਦਿੱਤੀ ਹੈਗੀ ਹੈ CCTV ਫੁਟੇਜ ਜਿਹੜੀ ਹੈ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ ਇਹਨਾਂ ਨੇ। ਪੰਜਾਬ ਸਰਕਾਰ ਨੇ ਹਾਈ ਕੋਰਟ 'ਚ 2 ਅਰਜ਼ੀਆਂ ਦਿੱਤੀਆਂ, ਜਿਹੜੀਆਂ ਉਹਨਾਂ ਵਿੱਚ ਪਹਿਲੀ ਅਰਜ਼ੀ ਦੇ ਵਿੱਚ ਕੇਸ ਨਾਲ ਜੁੜੀ CCTV ਫੁਟੇਜ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਈ ਹੈ। ਇਸ 'ਚ ਬੱਗਾ ਦੀ ਗ੍ਰਿਫਤਾਰੀ ਦੇ ਨਾਲ ਪਿਪਲੀ ਪੁਲਿਸ ਅਤੇ ਕੁਰੂਕਸ਼ੇਤਰ ਹਾਈਵੇ ਦੀ CCTV ਫੁਟੇਜ ਦਾ ਮੁੱਦਾ ਚੁੱਕਿਆ ਗਿਆ। ਦੂਜੀ ਐਪਲੀਕੇਸ਼ਨ ਦੇ ਵਿੱਚ, ਦੂਜੀ ਅਰਜ਼ੀ ਦੇ ਵਿੱਚ ਭਾਜਪਾ ਨੇਤਾ ਤੇਜਿੰਦਰ ਬੱਗਾ ਤੇ ਦਿੱਲੀ ਪੁਲਿਸ ਨੂੰ ਪਾਰਟੀ ਬਣਾਉਣ ਦੀ ਵੀ ਮੰਗ ਕੀਤੀ ਇਸੇ ਕੇਸ ਦੇ ਵਿੱਚ। ਯਾਨੀ ਕਿ ਤੇਜਿੰਦਰ ਬੱਗਾ ਦੇ ਨਾਲ ਨਾਲ ਦਿੱਲੀ ਪੁਲਿਸ ਨੂੰ ਵੀ ਇਸ ਮਾਮਲੇ ਦੀ ਜਿਹੜੀ ਆ ਉਹ ਪਾਰਟੀ ਬਣਾ ਕੇ ਇਸੇ ਕੇਸ 'ਚ ਯਾਨੀ ਲਿਆਂਦਾ ਜਾਵੇ। ਤੇ ਮਤਲਬ ਹਾਲਾਂਕਿ ਦਿੱਲੀ ਪੁਲਿਸ ਵੱਲੋਂ ਕੱਲ ਹੀ ਐਡਵੋਕੇਟ ਜਨਰਲ ਸਤਪਾਲ ਜੈਨ ਪੇਸ਼ ਹੋ ਚੁੱਕੇ ਨੇ। ਪੰਜਾਬ ਸਰਕਾਰ ਨੇ ਸ਼ੁਰੂਆਤੀ ਤੌਰ ਤੇ ਹਰਿਆਣਾ ਪੁਲਿਸ ਦੇ ਖਿਲਾਫ ਜਿਹੜੀ ਆ ਉਹ ਅਰਜ਼ੀ ਦਾਖਲ ਕੀਤੀ ਸੀਗੀ। ਸੋ ਮਾਮਲਾ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਲਝੇਗਾ, ਕਿਉਂਕਿ ਇਹ ਵੀ ਇੱਕ ਸੰਵਿਧਾਨਕ ਜਿਹੜਾ ਉਹ ਤੌਰ ਦੇ ਉੱਤੇ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਸੀਗੇ, ਉੱਥੋਂ ਉਹ ਵੀ ਆਪਣੀ ਸੰਵਿਧਾਨਕ ਤੌਰ ਦੇ ਉੱਤੇ ਜ਼ਿੰਮੇਵਾਰੀ ਨਿਭਾਉਣ ਦਾ ਦਮ ਭਰ ਰਹੇ ਨੇ। ਹੁਣ ਕੀ ਹੋਏਗਾ ਕਿ ਜਦੋਂ ਇਹਨਾਂ ਨੇ ਕੋਰਟ ਦੇ ਵਿੱਚ ਇਸ ਕੇਸ ਨਾਲ ਸੰਬੰਧਿਤ, ਕਿਉਂਕਿ ਇਹ ਵੀ ਸਟੇਟ ਦਾ ਮਸਲਾ, ਉਹ ਵੀ ਸਟੇਟ ਦਾ ਮਸਲਾ ਹੈਗਾ, ਇਹ ਵੀ ਸਟੇਟ ਦੇ ਕ੍ਰਾਈਮ ਅਗੇਂਸਟ ਸਟੇਟ ਦੇ ਉੱਤੇ ਹੀ ਕੰਮ ਕਰ ਰਹੇ ਨੇ, ਉਹ ਵੀ ਕ੍ਰਾਈਮ ਅਗੇਂਸਟ ਸਟੇਟ ਦੇ ਉੱਤੇ ਕੰਮ ਕਰ ਰਹੇ ਨੇ। ਹੁਣ ਕੀ ਹੋਏਗਾ ਕਿ ਜਦੋਂ ਇਹਨਾਂ ਨੇ ਜਿਹੜੀ FIR ਦੇ ਸੰਬੰਧ ਵਿੱਚ ਉੱਥੇ ਜਿਹੜੀ ਅਦਾਲਤ ਦੇ ਵਿੱਚ ਪੇਸ਼ ਹੋਣਾ, ਤੇ ਇਹਨਾਂ ਨੇ ਕਹਿਣਾ ਵੀ ਅਸੀਂ ਆਪਣੀ ਡਿਊਟੀ ਕਰ ਰਹੇ ਸੀ, ਸਾਡੀ ਡਿਊਟੀ ਦੇ ਦੌਰਾਨ ਉਹਨਾਂ ਨੇ ਵਿਘਨ ਪਾਇਆ, ਉਹ ਪੁਲਿਸ ਨੇ, ਤੇ ਉਹਨਾਂ ਨੇ ਸਾਡੇ ਕੋਲੋਂ ਬੰਦਾ ਛਡਾ ਕੇ ਲੈ ਗਏ। ਤਾਂ ਉਹ ਕਿਤੇ ਨਾ ਕਿਤੇ ਜਿਹੜੀਆਂ ਉਹ ਧਾਰਾਵਾਂ ਦੇ ਤਹਿਤ ਵੀ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਮੰਗ ਕਰਨਗੇ ਉਹਨਾਂ ਪੁਲਿਸ ਦੇ ਉੱਤੇ। ਉਹ ਪੁਲਿਸ ਇਹਨਾਂ ਦੇ ਉੱਤੇ ਕਿਡਨੈਪਿੰਗ ਦਾ ਪਰਚਾ ਦਰਜ ਕਰ ਚੁੱਕੀ ਹੈ। ਸੋ ਮਾਮਲਾ ਫੇਰ ਸੰਵਿਧਾਨਕ ਤੌਰ ਦੇ ਉੱਤੇ ਕਾਫੀ ਉਲਝ ਜਾਣਾ ਹੈ। ਇੱਥੇ ਇੱਕ ਗੱਲ ਮੈਂ ਥੋੜੀ ਜਿਹੀ ਟੋਕੂੰਗਾ ਕਿ ਕਿਡਨੈਪਿੰਗ ਦੀ ਗੱਲ ਹੋਈ ਆ, ਬੜੇ ਟਾਈਮ ਦਾ ਰੌਲਾ ਪੈਂਦਾ ਕਿ ਕਿਡਨੈਪ ਕਰ ਲਿਆ। ਕਿਡਨੈਪਿੰਗ ਦੀ ਧਾਰਾ ਇਹਦੇ ਵਿੱਚ ਬਣਦੀ ਵੀ ਹੈ ਕਿਉਂਕਿ ਉਹ ਪੁਲਿਸ ਹੈ। ਨਹੀਂ ਬਣਦੀ, ਕਿਉਂਕਿ ਕਿਡਨੈਪਿੰਗ ਦੀ ਧਾਰਾ ਜਿਹੜੀ ਹੈਗੀ ਆ ਉਹ ਕਿਡਨੈਪਿੰਗ ਦੀ, ਇੱਥੇ ਜਿਹੜਾ ਮਸਲਾ ਕੀ ਹੋਇਆ, ਮਸਲਾ ਇੱਥੇ ਇਸ ਗੱਲ ਦਾ ਹੈ ਕਿ ਉਹਨਾਂ ਨੇ ਪੁਲਿਸ ਨੂੰ ਜਿਹੜਾ ਉਹ ਇਹਦੇ ਵਿੱਚ ਸੂਚਿਤ ਨਹੀਂ ਕੀਤਾ, ਸੰਬੰਧਿਤ ਪੁਲਿਸ ਨੂੰ ਸੂਚਿਤ ਨਹੀਂ ਕੀਤਾ, ਸੰਬੰਧਿਤ ਕੋਰਟ ਦੇ ਵਿੱਚ ਜਾ ਕੇ ਉਹਦਾ ਟ੍ਰਾਂਜ਼ਿਟ ਰਿਮਾਂਡ ਨਹੀਂ ਮੰਗਿਆ। ਲੇਕਿਨ ਗ੍ਰਿਫਤਾਰੀ ਸਹੀ ਸੀ, ਗ੍ਰਿਫਤਾਰੀ ਦੇ ਵਿੱਚ ਕੁਝ ਨਹੀਂ ਸੀਗਾ। ਗ੍ਰਿਫਤਾਰੀ ਜਿਹੜੀ ਕਾਗਜ਼ਾਂ 'ਚ ਪਈ ਹੈ, ਗ੍ਰਿਫਤਾਰੀ ਸਹੀ ਸੀ। ਉਹ ਕਿਤੇ ਉਹਨੂੰ ਲਿਜਾ ਕੇ ਐ ਨਹੀਂ ਸੀ ਕਰ ਰਹੇ ਵੀ ਕਿਤੇ ਲਿਜਾ ਕੇ ਉਹਦਾ ਐਨਕਾਊਂਟਰ ਕਰਨ ਲੱਗੇ ਹੋਣ, ਕਾਗਜ਼ਾਂ 'ਚੋਂ ਗ੍ਰਿਫਤਾਰੀ ਪਾ ਚੁੱਕੇ ਸੀ। ਕਿਡਨੈਪਿੰਗ ਦਾ ਮਤਲਬ ਕੁਝ ਹੋਰ ਹੁੰਦਾ। ਕਿਡਨੈਪਿੰਗ ਹੁੰਦਾ ਕਿ ਉਹ ਕੁਝ ਨਿੱਜੀ ਮਕਸਦ ਹੱਲ ਕਰਨ ਲਈ ਕਿਸੇ ਨੂੰ ਬੰਦੇ ਨੂੰ ਚੁੱਕ ਕੇ ਲੈ ਜਾਣ ਜਾਂ ਜਾਨੀ ਨੁਕਸਾਨ ਪਹੁੰਚਾਉਣ ਲਈ ਚੁੱਕ ਕੇ ਲੈ ਜਾਣ। ਇੱਥੇ ਮੈਂ ਉਹੀ ਗੱਲ ਇੱਕ ਨਾਲ ਦੀ ਨਾਲ ਜੋੜ ਦਿੰਦਾ ਕਿ ਭਗਤ ਸਿੰਘ ਉਹਨਾਂ ਦੇ ਵੀ ਇਹੀ ਗੱਲ ਚੱਲੀ ਸੀ। ਉਹਨਾਂ ਤੇ ਕਹਿੰਦੇ ਵੀ ਮਾਮਲਾ ਤੁਹਾਡੇ ਤੇ ਮਰਡਰ ਦਾ ਪਾਇਆ ਜਾਣਾ ਜਦੋਂ ਉਹਨਾਂ ਨੇ ਬਟੂਕੇਸ਼ਵਰ ਦੱਤਾ ਦੇ ਨਾਲ ਅਸੈਂਬਲੀ ਦੇ ਵਿੱਚ ਬੰਬ ਸੁੱਟੇ। ਉਹ ਕਹਿੰਦੇ ਤੁਸੀਂ ਸਾਡੇ ਦਾ ਪਿਛਲਾ ਇਹਦਾ ਇੰਟੈਂਟ ਦੇਖੋ, ਇੰਟੈਂਟ ਕੀ ਹੈ। ਕਹਿੰਦੇ ਅਸੀਂ ਬੰਦੇ ਮਾਰਨੇ ਨਹੀਂ ਸੀ, ਅਸੀਂ ਉੱਥੇ ਸੁੱਟੇ ਜਿੱਥੇ ਥਾਂ ਖਾਲੀ ਸੀਗੀ, ਤੇ ਸਾਡੇ ਉੱਤੇ ਨਾ ਕਿ ਕਤਲ ਦਾ ਬਲਕਿ ਬੰਬ ਸੁੱਟਣ ਦਾ ਜਿਹੜਾ ਖਾਲੀ ਉਹ ਜਿਹੜਾ ਕੇਸ ਚੱਲਣਾ ਚਾਹੀਦਾ। ਇੱਥੇ ਵੀ ਗੱਲ ਉਹੀ ਆਉਂਦੀ ਹੈ, ਪੰਜਾਬ ਪੁਲਿਸ ਦੇ ਕੋਲੇ ਐਸਾ ਕੋਈ ਇੰਟੈਂਟ ਨਹੀਂ ਸੀਗਾ ਕਿ ਉਹ ਬੰਦੇ ਨੂੰ ਫੜ ਕੇ ਲੈ ਜਾਣ। ਮਾਮਲਾ ਕੋਰਟ ਦੇ ਵਿੱਚ ਹੈ, 5 ਵਾਰੀ ਉਹਨੂੰ ਬੁਲਾ ਚੁੱਕੇ ਨੇ ਜੇ ਗੱਲ ਮੰਨੀਏ ਪੰਜਾਬ ਪੁਲਿਸ ਦੀ, ਤੇ ਜਿਹੜਾ ਸਾਰਾ ਮਾਮਲਾ ਉਹ ਆਲਰੇਡੀ ਮੀਡੀਆ ਦੇ ਵਿੱਚ ਚੱਲ ਰਿਹਾ ਹੈ। ਉਹਦੇ ਬਾਰੇ ਜੇ ਸਮਨ ਇਹਨਾਂ ਨੂੰ ਭੇਜ ਚੁੱਕੇ ਨੇ, ਇਹ ਉੱਤੋਂ ਬੇਲ ਲੈ ਸਕਦੇ ਨੇ, ਬੇਲ ਲੈਂਦੇ ਨਹੀਂ ਹੈਗੇ। ਪੁਲਿਸ ਦੀ ਜਿਹੜੀ ਉੱਥੇ ਨੇੜ ਦੀ ਪੁਲਿਸ ਨੂੰ ਵੀ ਦੱਸ ਸਕਦੇ ਸੀਗੇ ਕਿ ਭਾਈ ਮੈਨੂੰ ਪੰਜਾਬ ਪੁਲਿਸ ਤੋਂ ਖਤਰਾ ਹੈ, ਉੱਥੋਂ ਪਹਿਲਾਂ ਸਿਕਿਉਰਿਟੀ ਲੈ ਸਕਦੇ ਸੀਗੇ। ਕਿ ਇਹ ਪੰਜਾਬ ਪੁਲਿਸ ਦੇ ਨਾਲ ਇੱਕ ਤਰ੍ਹਾਂ ਦਾ ਧੱਕਾ ਮੰਨਿਆ ਨਹੀਂ ਜਾ ਸਕਦਾ ਕਿ ਉਹਨਾਂ ਉੱਤੇ ਕਿਡਨੈਪਿੰਗ ਦਾ ਕੇਸ ਪਿਆ, ਚਾਹੇ ਕਿ ਪੰਜਾਬ ਪੁਲਿਸ ਇੱਥੇ ਪੰਜਾਬ ਦੇ ਵਿੱਚ ਹਰ ਰੋਜ਼ ਧੱਕਾ ਕਰਦੀ ਹੈ ਲੋਕਾਂ ਦੇ ਨਾਲ। ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਨੇ। ਨਾਲ ਹੀ ਨਾਲ ਗੱਲ ਇਹ ਹੈ
ਕਿ ਕਿਡਨੈਪਿੰਗ ਦੀ ਥਾਂ ਤੇ ਜੇ ਉਹਨਾਂ ਉੱਤੇ ਇੰਨੀ ਕੀ ਗੱਲ ਹੋ ਜਾਂਦੀ ਕਿ ਇਹਨਾਂ ਨੇ ਆਪਣੀ ਡਿਊਟੀ ਦੇ ਵਿੱਚ ਕੋਤਾਹੀ ਵਰਤੀ ਹੈ, ਕਿ ਉੱਥੇ ਨਹੀਂ ਮਾਮਲਾ ਸਰ ਸਕਦਾ ਸੀ? ਬਿਲਕੁਲ ਇਹੀ ਗੱਲ ਹੈ ਕਿ ਉਹਨਾਂ ਨੇ ਉੱਤੇ ਜਿਹੜਾ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਗਿਆ, ਮੇਰੇ ਮੁਤਾਬਕ ਇਹ ਸਰਾਸਰ ਜਿਹੜਾ ਉਹ ਇਹ ਧੱਕਾ ਤੇ ਉਹਨਾਂ ਵੱਲੋਂ ਆਪਣੇ ਸੰਵਿਧਾਨਕ ਹੱਕਾਂ ਦੀ ਨਜਾਇਜ਼ ਵਰਤੋਂ ਕੀਤੀ ਗਈ ਹੈ। ਜੋ ਉਹਨਾਂ ਨੂੰ ਪੁਲਿਸ ਦੇ ਵਿੱਚ ਪਾਵਰਾਂ ਮਿਲੀਆਂ ਗਈਆਂ ਨੇ, CRPC ਦੇ ਤਹਿਤ ਪਾਵਰਾਂ ਮਿਲੀਆਂ ਗਈਆਂ ਨੇ, ਉਹਨਾਂ ਪਾਵਰਾਂ ਦੀ ਜਿਹੜੀ ਆ ਉਹ ਨਜਾਇਜ਼ ਜਿਹੜੀ ਆ ਉਹ ਵਰਤੋਂ ਕੀਤੀ ਗਈ ਆ। ਇਹ ਕਿਉਂਕਿ ਕਿਡਨੈਪਿੰਗ ਦਾ ਪਰਚਾ ਕਿਸੇ ਹਾਲਤ 'ਚ ਨਹੀਂ ਬਣਦਾ, ਕਿਉਂਕਿ ਇਹ ਗ੍ਰਿਫਤਾਰੀ ਕਾਗਜ਼ਾਂ 'ਚ ਪਈ ਹੈ ਜੀ, ਕਾਗਜ਼ਾਂ 'ਚ ਗ੍ਰਿਫਤਾਰੀ ਭਰ ਕੇ ਉਹ ਲਿਜਾ ਰਹੇ ਸੀ। ਇਹ ਜ਼ਰੂਰ ਹੈ ਵੀ ਉਹਨਾਂ ਨੂੰ ਜਿਹੜੀ ਉਹ ਕੋਤਾਹੀ ਦੀ ਗੱਲ ਕਰ ਸਕਦੇ ਨੇ ਵੀ ਉਹ ਸਾਨੂੰ ਦੱਸ ਕੇ ਨਹੀਂ ਗਏ ਜੀ। ਅਦਾਲਤ ਦੇ ਵਿੱਚ ਜਾ ਕੇ ਉਹਨਾਂ ਦੇ ਉੱਤੇ ਜਿਹੜੀ ਉਹ ਗੱਲ ਕਰ ਸਕਦੇ ਸੀ, ਅਦਾਲਤ ਉਹਨਾਂ ਦੇ ਜਿਹੜੇ ਆਪਣੇ ਡਿਊਟੀ ਸਹੀ ਤਰੀਕੇ ਨਾਲ ਨਾ ਕਰਨ ਦੀ ਜਿਹੜੀ ਉਹ ਗੱਲ ਕਰ ਸਕਦੀ ਸੀ ਉਹਨਾਂ ਨੂੰ। ਪਰ ਕਿਡਨੈਪਿੰਗ ਦੀ ਗੱਲ ਜਿਹੜੀ ਉਹ ਕਿਸੇ ਵੀ ਪਾਸੋਂ ਜਿਹੜੀ ਉਹ ਸਹੀ ਨਹੀਂ ਹੋ ਸਕਦੀ, ਕਿਉਂਕਿ ਕਿਡਨੈਪਿੰਗ ਆਪਣੇ ਆਪ ਦੇ ਵਿੱਚ ਕਿਸੇ ਬੰਦੇ ਨੂੰ ਅੰਡਰ ਸੈਕਸ਼ਨ 364-65 ਦੀ ਤਹਿਤ ਜਿਹੜਾ ਹੁੰਦਾ, ਅਗਰ ਆਪਾਂ ਉਹਦੀ ਪਰਿਭਾਸ਼ਾ ਨੂੰ ਅੱਗੇ ਦਰਸ਼ਕਾਂ ਦੇ ਸਾਹਮਣੇ ਰੱਖੀਏ ਤਾਂ ਕਿਸੇ ਨੂੰ ਜਾਨ ਤੋਂ ਮਾਰਨ ਦੀ ਜਿਹੜੀ ਨੀਅਤ ਨਾਲ ਜਾਂ ਕੁਝ ਨੁਕਸਾਨ ਪਹੁੰਚਾਉਣ ਦੀ ਨੀਅਤ ਦੇ ਨਾਲ ਜਿਹੜਾ ਬੰਦੇ ਨੂੰ ਅਗਵਾ ਕਰਕੇ ਲੈ ਜਾਣਾ, ਉਸ ਨੂੰ ਕਿਹਾ ਜਾਂਦਾ ਹੈਗਾ। ਉਹ ਅਗਵਾ ਕਰਕੇ ਲਿਜਾਣਾ ਜਾਨ ਤੋਂ ਮਾਰਨ ਦੀ, ਕਿਉਂਕਿ ਉਹਦੇ 'ਚ FIR ਦੇ ਵਿੱਚ ਉਸ ਨੂੰ ਬਕਾਇਦਾ ਤੌਰ ਦੇ ਉੱਤੇ ਦਰਜ ਆ ਉਹਨਾਂ ਦੇ ਉੱਤੇ ਪਰਚਾ, ਔਰ ਉਹਨਾਂ ਦੀ ਅਰੈਸਟ ਜਿਹੜੀ ਆ ਉਹ ਬਕਾਇਦਾ ਤੌਰ ਤੇ ਕਾਗਜ਼ੀ ਤੌਰ ਤੇ ਪਾਈ ਜਾ ਚੁੱਕੀ ਹੈ। ਤੇ ਜੇਕਰ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਕੁਝ ਜਾਂ ਕੁਝ ਉਹਨਾਂ ਨੂੰ ਕੁਝ ਵੀ ਨੁਕਸਾਨ ਹੁੰਦਾ, ਜਿੰਨੇ ਵੀ 50 ਬੰਦੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰਨ ਗਏ ਸੀ, ਉਹ ਸਾਰਿਆਂ ਦੇ ਉੱਤੇ ਪਰਚਾ ਦਰਜ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਹੋ ਜਾਏਗੀ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਤੁਸੀਂ ਇਸ ਨੂੰ ਜਿਹੜਾ ਉਹ ਸੁਰੱਖਿਅਤ ਲੈ ਕੇ ਆਉਂਦੇ, ਕਿ ਤੁਸੀਂ ਉਹਨਾਂ ਨੂੰ ਕਾਗਜ਼ਾਂ 'ਚ ਅਰੈਸਟ ਪਾ ਚੁੱਕੇ ਹੋ। ਤੁਸੀਂ ਇਹ ਇਸ ਲਈ ਸਾਬਤ ਕਰਨ ਲਈ ਮੈਂ ਇੱਕ ਹੋਰ ਚੀਜ਼ ਦੱਸ ਦਿੰਦਾ। ਮੰਨ ਲਓ ਇੱਕ ਥਾਣੇ ਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕਰਕੇ ਬਿਠਾਇਆ ਹੋਇਆ, ਗ੍ਰਿਫਤਾਰੀ ਉਹਦੀ ਪਈ ਹੋਈ ਆ, ਤੇ ਉਹ ਬੰਦਾ ਮੁਜਰਮ ਉੱਥੋਂ ਥਾਣੇ 'ਚੋਂ ਭੱਜ ਜਾਂਦਾ, ਤੇ ਉਹਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਜਿਹੜੀ ਹੈ ਥਾਣੇ ਦੇ ਮੁਨਸ਼ੀ ਦੀ, ਥਾਣੇ ਦੇ SHO ਦੀ ਤੇ ਸੰਤਰੀ ਦੀ, ਇਹਨਾਂ ਤਿੰਨਾਂ ਦੀ ਬਣਦੀ ਹੈ, ਕਿਉਂਕਿ ਤਿੰਨਾਂ ਦੇ ਕੋਲ ਜਿਹੜੀ ਹੈ ਇਸ ਬੰਦੇ ਨੂੰ ਜਿਹੜਾ ਉਹ ਸੁਰੱਖਿਅਤ ਰੱਖਣ ਦੇ ਜਿਹੜੇ ਉਹਨੇ ਜ਼ਿੰਮੇਵਾਰੀ ਹੁੰਦੀ ਹੈ। ਉਹ ਇਸ ਕਰਕੇ ਉਹ ਪਹਿਲਾਂ ਭੱਜਦੇ, ਉਹਨਾਂ ਤੇ ਵੀ ਪਰਚਾ ਦਰਜ ਹੁੰਦਾ 323-24 ਦਾ ਹੁੰਦਾ। ਇਹ ਵੀ ਦੱਸ ਦਿੰਦਾ ਤੁਹਾਨੂੰ, ਪੁਲਿਸ ਹਿਰਾਸਤ ਚੋਂ ਭੱਜ ਜਾਂਦਾ ਬੰਦਾ ਜਦੋਂ, ਅੰਡਰ ਸੈਕਸ਼ਨ 323-24 ਦਾ ਪਰਚਾ ਉਹਨਾਂ ਤੇ ਵੀ ਹੁੰਦਾ, ਜਿਹੜੇ ਉੱਥੋਂ ਜਿਨ੍ਹਾਂ ਦੀ ਹਿਰਾਸਤ ਚੋਂ ਭੱਜ ਕੇ ਜਾਂਦੇ ਨੇ। ਸੋ ਇਹ ਆਪਣੇ ਆਪ ਦੇ ਚ ਵੱਡੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਇਹ ਉਹਨਾਂ ਨੂੰ ਵੀ ਜਵਾਬਦੇਹ ਹੋਣਾ ਪੈਂਦਾ ਵੀ ਸਾਡੀ ਹਿਰਾਸਤ 'ਚ ਬੰਦਾ ਭੱਜ ਕਿਵੇਂ ਜਾਏਗਾ, ਤੇ ਉਹ ਉਹਨੂੰ ਨੁਕਸਾਨ ਪਹੁੰਚਾ ਦੇਣਗੇ, ਤਾਂ ਇਸ ਤੋਂ ਵੀ ਵੱਡੀ ਗੱਲ ਹੋ ਜਾਏਗੀ ਫਿਰ ਉਹਨਾਂ ਦੇ ਖਿਲਾਫ। 363 ਜਿਹੜਾ 64-65 ਦਾ ਜਿਹੜਾ ਪਰਚਾ ਹੈਗਾ ਉਹ ਨਹੀਂ ਹੋ ਸਕਦਾ ਮੇਰੇ ਮੁਤਾਬਕ। ਇਹ ਕਿਤੇ ਨਾ ਕਿਤੇ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਉਹਨਾਂ ਨੂੰ CRPC ਦੇ ਤਹਿਤ ਜੋ ਪੁਲਿਸ ਵੱਲੋਂ ਪਾਵਰਾਂ ਮਿਲੀਆਂ ਗਈਆਂ ਨੇ, ਉਹਦਾ ਉਹਨੂੰ ਨਜਾਇਜ਼ ਵਰਤੋਂ ਕੀਤੀ ਗਈ ਹੈ ਜੀ। ਉਹ ਆਪਾਂ ਗੱਲ ਹੈ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਔਖਲਾ ਸਾਹਿਬ ਨੂੰ ਵੀ ਨਾਲ ਬਿਠਾਈਏ। ਉਹਨਾਂ ਨੇ ਪੁਲਿਸ ਦੀਆਂ ਕਿਤਾਬਾਂ ਲਿਖੀਆਂ ਨੇ ਤੇ ਉਹਨਾਂ ਦੇ ਨਾਲ ਵੀ ਇਸ ਜਾਣਕਾਰੀ ਹੈ ਜਿਹੜੀ ਪੂਰੀ ਲੈ ਲਾਂਗੇ। ਨਾਲੇ ਗੱਲ ਜਿਹੜੀ ਦੂਜੀ ਇਹ ਆ ਜਾਂਦੀ ਹੈ ਕਿ ਪੰਜਾਬ ਪੁਲਿਸ ਗਈ ਸੀ, ਇਹ ਕਿਹੜਾ UP ਪੁਲਿਸ ਹੈ ਜਿਹਨੇ ਜੀਪ ਪਲਟਾ ਦੇਣੀ ਸੀ ਬਾਅਦ ਦੇ ਵਿੱਚ, ਤੇ ਇੱਕ ਪਾਸਿਓਂ ਕਹਿ ਦਿੰਦੇ ਨੇ ਕਿ ਜੀਪ ਕਿਤੋਂ ਹੋਰ ਚੱਲੀ ਹੈ, ਤੇ ਜਦੋਂ ਪ੍ਰੈਸ ਮਗਰ ਲੱਗ ਜਾਂਦੀ ਹੈ ਤੇ ਟੋਲ ਦੇ ਉੱਤੇ ਖੜਾ ਲੈਂਦੇ ਆ ਉਹਨਾਂ ਨੂੰ, ਤੇ ਬਾਅਦ ਦੇ ਵਿੱਚ ਜੀਪ ਜਿਹੜੀ ਨਾਲੇ ਤਾਂ ਚੇਂਜ ਹੋ ਜਾਂਦੀ ਹੈ ਨਾਲੇ ਉਹ ਪਲਟੀ ਜਾਂਦੀ ਹੈ। ਕੁਲਵੰਤ ਜੀ ਬਹੁਤ ਬਹੁਤ ਧੰਨਵਾਦ, ਤੁਹਾਨੇ ਸ਼ੋਅ ਦੇ ਵਿੱਚ ਅੱਜ ਪੂਰਾ ਆਪਣਾ ਵਧੀਆ ਚਰਚਾ ਕੀਤੀ ਤੇ ਪੂਰੀ ਜਾਣਕਾਰੀ ਦਿੱਤੀ ਜੀ, ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀ ਪੂਰਾ ਮਾਮਲਾ। ਰਾਜਨੀਤੀ ਦੇਖੋ ਕਿਵੇਂ ਰੰਗ ਬਦਲਦੀ ਹੈ, ਤੇ ਪੰਜਾਬ ਦੇ ਜਦੋਂ ਮਸਲੇ ਥੋੜੇ ਦਿਨ ਪਹਿਲਾਂ ਤੱਕ ਪਾਣੀ, ਬਿਜਲੀ, ਜਿਹੜੇ ਜ਼ਮੀਨ ਹੈ ਪੰਜਾਬ ਦੀ ਜਿਹੜੀ ਦੱਬੀ ਹੋਈ ਆ ਉਹਦੇ ਤੱਕ ਸੀਗਾ, ਤੇ ਫਿਰਕੂਵਾਦ ਦੇ ਜਿਹੜੇ ਦੰਗੇ ਨੇ ਉਹਨਾਂ ਨੂੰ ਰੋਕਣ ਤੱਕ ਚੱਲ ਰਿਹਾ ਸੀ, ਉਹ ਹੁਣ ਇੱਕ ਐਸੇ ਬੰਦੇ ਦੇ ਉੱਪਰ ਸਾਰਾ ਫੋਕਸ ਆ ਗਿਆ ਜਿਹੜਾ ਨਾ ਕਿ ਆਪਾਂ ਪਹਿਲਾਂ ਕਦੀ ਸੁਣਿਆ ਸੀ ਤੇ ਨਾ ਹੀ ਪਹਿਲਾਂ ਕਦੀ ਦੇਖਿਆ ਸੀ। ਸੋ ਇਹ ਰਾਜਨੀਤਿਕ ਢੰਗ ਨੇ, ਤੁਹਾਨੂੰ ਇਹ ਕੁਝ ਪਸੰਦ ਆਉਂਦਾ ਤੁਹਾਨੂੰ ਤਾਂ ਹੀ ਨੇ ਜਿਹੜੀ ਰਾਜਨੀਤਿਕ ਪਾਰਟੀਆਂ ਉਹ ਪਰੋਸ ਵੀ ਦਿੰਦੀਆਂ ਨੇ। ਸਾਡੇ ਵਰਗਿਆਂ ਨੂੰ ਵੀ ਇਹਦੇ ਬਾਰੇ ਗੱਲ ਕਰਨੀ ਪੈਂਦੀ ਹੈ, ਕਿਉਂਕਿ ਜੇ ਨਹੀਂ ਕਰਦੇ ਫਿਰ ਜਿਹੜੇ ਗੱਲ ਕਰਦੇ ਨੇ ਤੁਸੀਂ ਉਹਨਾਂ ਕੋਲ ਚਲੇ ਜਾਣਾ। ਸੋ ਇਹ ਸੀ ਜੀ ਅੱਜ ਦਾ ਸਾਡਾ ਸ਼ਾਮ ਦਾ ਸ਼ੋਅ। ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਅੱਗੇ ਸਬਸਕ੍ਰਾਈਬ ਕਰ ਲਿਓ ਸਾਡਾ ਚੈਨਲ ਆਵਾਜ਼ੇ ਪੰਜਾਬ। ਮੈਂ ਜੀ ਬੋਨੀ ਬਿੰਦਰ, ਕੱਲ ਤੁਹਾਨੂੰ ਫਿਰ ਮਿਲਦੇ ਐਸੇ ਜੀ ਟਾਈਮ। ਬਹੁਤ ਧੰਨਵਾਦ।